ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਟਾਈਪਸ ਆਫ ਲੋ ਰੈਜ਼ਿਸਟਿਵਿਟੀ ਕੰਡਕਟਿੰਗ ਮਟੀਰੀਅਲ ਦੇ ਵਿੱਚ ਆਪਾਂ ਟਾਈਪਸ ਪੜ੍ਹੀਆਂ ਸੀ ਕਿਹੜੀਆਂ ਹੁੰਦੀਆਂ ਉਹਦੀਆਂ, ਜਿਵੇਂ ਕਿ ਆਪਾਂ ਸਟੱਡੀ ਕੀਤਾ ਸੀ 골ਡ, ਸਿਲਵਰ, ਕਾਪਰ। ਦੈਨ ਕਾਪਰ ਦੀਆਂ ਜਿਹੜੀਆਂ ਟਾਈਪਸ ਹੁੰਦੀਆਂ ਹਾਰਡਰੋਨ ਕਾਪਰ, ਨੀਲਡ ਕਾਪਰ। ਦੈਨ ਕਾਪਰ ਦੇ ਜਿਹੜੇ ਅਲੋਏ ਹੁੰਦੇ ਆ ਬਰਾਸ ਐਂਡ ਬ੍ਰੌਂਜ਼, ਇਹ ਆਪਾਂ ਸਟੱਡੀ ਕੀਤੇ ਸੀਗੇ। ਉਹਨੂੰ ਹੀ ਕੰਟੀਨਿਊ ਕਰਦੇ ਹੋਏ ਜਿਹੜੇ ਆਪਾਂ ਅੱਜ ਪੜ੍ਹਨੇ ਆ ਮਟੀਰੀਅਲਸ, ਉਹਨਾਂ ਵਿੱਚੋਂ ਸਭ ਤੋਂ ਪਹਿਲਾ ਮਟੀਰੀਅਲ ਹੈ ਐਲੂਮੀਨੀਅਮ। ਸੋ ਐਲੂਮੀਨੀਅਮ ਜਿਹੜਾ ਆ ਬੜਾ ਹੀ ਐਕਟਿਵ ਮਟੀਰੀਅਲ ਹੁੰਦਾ ਆ। ਸੋ ਇਹ ਕਾਫੀ ਲਾਰਜਲੀ ਫਾਊਂਡ ਹੁੰਦਾ, ਬਹੁਤ ਜ਼ਿਆਦਾ ਮਿਲ ਜਾਂਦਾ ਆਪਾਂ ਨੂੰ ਕੰਬਾਈਨਡ ਸਟੇਟ ਦੇ ਵਿੱਚ। ਜੇ ਆਪਾਂ ਇੰਡੀਆ ਦੀ ਵੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵੀ ਟੋਟਲ 8 ਸਟੇਟਸ ਨੇ ਆਪਣੇ ਕੋਲ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਐਲੂਮੀਨੀਅਮ ਮਿਲ ਜਾਂਦਾ ਆ, ਜਿਨ੍ਹਾਂ ਵਿੱਚੋਂ ਕੁਛ ਜਿੱਦਾਂ ਤਾਮਿਲਨਾਡੂ ਹੋ ਗਈ, ਕੇਰਲਾ ਹੋ ਗਈ, ਉੜੀਸਾ ਹੋ ਗਈ, ਮੱਧ ਪ੍ਰਦੇਸ਼। ਇਹ ਸਾਰੇ ਜਿਹੜੀਆਂ ਹੈਗੀਆਂ ਆਪਣੇ ਕੋਲ ਸਟੇਟਸ ਨੇ, ਇਹਨਾਂ ਦੇ ਵਿੱਚ ਆਪਾਂ ਨੂੰ ਐਲੂਮੀਨੀਅਮ ਮਿਲ ਜਾਂਦਾ। ਅਤੇ ਜੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਜਿਹੜਾ ਆ ਟੋਟਲ 600 ਮਿਲੀਅਨ ਟਨ ਜਿਹੜਾ ਆ ਨਾ ਐਲੂਮੀਨੀਅਮ ਪ੍ਰੋਡਿਊਸ ਕਰਦਾ ਆ। ਸੋ 600 ਮਿਲੀਅਨ ਟਨ ਜਿਹੜਾ ਹੁੰਦਾ ਆ, ਬਹੁਤ ਜ਼ਿਆਦਾ ਐਲੂਮੀਨੀਅਮ ਹੁੰਦਾ ਹੈ, ਹਰ ਸਾਲ ਪ੍ਰੋਡਿਊਸ ਕਰਦਾ ਇੰਡੀਆ। ਜਿੱਦਾਂ ਕਾਪਰ ਦੀਆਂ ਵੀ ਆਪਣੇ ਕੋਲ ਓਰ ਸੀਗੀਆਂ ਨਾ, ਕਾਪਰ ਪਾਇਰਾਈਟ ਸੀਗੀ ਅਤੇ ਇੱਕ ਹੋਰ ਸੀਗੀ, ਉੱਦਾਂ ਹੀ ਇਹਦੀਆਂ ਵੀ ਜਿਹੜੀਆਂ ਐਲੂਮੀਨੀਅਮ ਦੀਆਂ ਵੀ ਹੁੰਦੀਆਂ ਉਹ ਓਰਸ ਹੁੰਦੀਆਂ ਆ, ਜਿਨ੍ਹਾਂ ਤੋਂ ਆਪਾਂ ਨੂੰ ਮਿਲਦਾ ਡਾਇਰੈਕਟਲੀ ਨਹੀਂ ਮਿਲਦੇ। ਨਾ ਤਾਂ ਆਪਾਂ ਨੂੰ ਕਾਪਰ ਡਾਇਰੈਕਟਲੀ ਮਿਲਦਾ, ਉਹ ਵੀ ਆਪਾਂ ਨੂੰ ਕੋਪਰਾਈਟ ਅਤੇ ਕਾਪਰ ਪਾਇਰਾਈਟ 'ਚੋਂ ਮਿਲਦਾ ਸੀ। ਉੱਦਾਂ ਹੀ ਐਲੂਮੀਨੀਅਮ ਵੀ ਜਿਹੜਾ ਵੀ ਆਪਾਂ ਨੂੰ ਡਾਇਰੈਕਟਲੀ ਨਹੀਂ ਮਿਲਦਾ, ਇਹ ਆਪਾਂ ਨੂੰ ਓਰਸ 'ਚੋਂ ਮਿਲਦਾ ਆ। ਜਿਹੜੀਆਂ ਇਹਦੀਆਂ ਮੇਨ ਓਰਸ ਨੇ ਜਿਨ੍ਹਾਂ ਤੋਂ ਆਪਾਂ ਨੂੰ ਐਲੂਮੀਨੀਅਮ ਮਿਲਦਾ, ਉਹ ਹੈਗਾ ਬੌਕਸਾਈਟ ਅਤੇ ਫੈਲਸਪਰ। ਯਾਦ ਰੱਖਿਓ, ਦੋ ਨੇ ਜਿਨ੍ਹਾਂ ਤੋਂ ਆਪਾਂ ਨੂੰ ਐਲੂਮੀਨੀਅਮ ਮਿਲਦਾ। ਇਹਨਾਂ ਨੂੰ ਹੀ ਆਪਾਂ ਕੀ ਕਰਦੇ ਹਾਂ, ਮੈਲਟ ਕਰਦੇ ਹਾਂ। ਉਸ ਤੋਂ ਬਾਅਦ ਇਹਨਾਂ 'ਤੇ ਕੈਮੀਕਲ ਟਰੀਟਮੈਂਟ ਕਰਦੇ ਹਾਂ, ਇਹਨਾਂ 'ਚ ਹੋਰ ਮਟੀਰੀਅਲ ਐਡ ਕਰਕੇ ਇਹਨਾਂ 'ਚੋਂ ਐਲੂਮੀਨੀਅਮ ਜਿਹੜਾ ਹੁੰਦਾ ਉਹਨੂੰ ਐਕਸਟਰੈਕਟ ਕਰ ਲੈਂਦੇ ਹਾਂ, ਅਤੇ ਬਾਕੀ ਮਟੀਰੀਅਲ ਜਿਹੜੇ ਹੁੰਦੇ ਆ ਹੋਰ ਤਰੀਕੇ ਨਾਲ ਯੂਜ਼ ਕਰਦੇ। ਜਿੱਦਾਂ ਹੁਣ ਦੇਖੋ ਫੈਲਸਪਰ ਆ, ਫੈਲਸਪਰ ਦੇ ਵਿੱਚ ਸਿਲੀਕੋਨ ਵੀ ਹੈਗਾ। ਸੋ ਇਹਦੇ ਵਿੱਚੋਂ ਆਪਾਂ ਐਲੂਮੀਨੀਅਮ ਅਲੱਗ ਕਰ ਲੈਂਦੇ ਹਾਂ, ਸਿਲੀਕੋਨ ਅਲੱਗ ਕਰ ਲੈਂਦੇ ਹਾਂ, ਅਤੇ ਬਾਕੀ ਜਿਹੜੇ ਕੰਟੈਂਟ ਹੁੰਦੇ ਆ ਉਹਨਾਂ ਨੂੰ ਲੋੜ ਮੁਤਾਬਕ ਅਲੱਗ ਕਰ ਲੈਂਦੇ ਹਾਂ। ਜਿਹੜੀਆਂ ਐਲੂਮੀਨੀਅਮ ਦੀਆਂ ਪ੍ਰੋਪਰਟੀਜ਼ ਹੁੰਦੀਆਂ ਆ, ਉਹਨਾਂ ਦੇ ਵਿੱਚ ਸਭ ਤੋਂ ਮੇਨ ਪ੍ਰੋਪਰਟੀ ਹੈਗੀ ਆ ਇਹਦੀ ਫਿਜ਼ੀਕਲ ਅਪੀਅਰੈਂਸ ਕਿੱਦਾਂ ਦੀ ਆ। ਜਿਹੜਾ ਐਲੂਮੀਨੀਅਮ ਹੁੰਦਾ ਇਹ ਤੁਸੀਂ ਦੇਖਿਆ ਹੋਣਾ ਬਲੂਇਸ਼ ਵਾਈਟ ਜਿਹੇ ਕਲਰ ਦਾ ਹੁੰਦਾ, ਟੋਟਲੀ ਵਾਈਟ ਨਹੀਂ ਹੁੰਦਾ, ਬਲੂਇਸ਼ ਵਾਈਟ ਜਿਹਾ ਹੁੰਦਾ ਅਤੇ ਮੈਟੈਲਿਕ ਲਸਟਰ ਹੁੰਦਾ। ਜਿੱਦਾਂ ਇੱਕ ਮੈਟਲ ਦੇ ਸਿਲਵਰ ਕਲਰ ਦੀ ਚਮਕ ਹੁੰਦੀ ਆ, ਉੱਦਾਂ ਦੀ ਐਲੂਮੀਨੀਅਮ 'ਤੇ ਵੀ ਚਮਕ ਹੁੰਦੀ ਆ। ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਐਲੂਮੀਨੀਅਮ ਦਾ। ਜਿਹੜਾ ਐਲੂਮੀਨੀਅਮ ਹੁੰਦਾ ਹੈ ਬਹੁਤ ਲਾਈਟ ਵੇਟ ਹੁੰਦਾ ਆ, ਕਾਪਰ ਦੇ ਨਾਲੋਂ 1/3 ਯਾਨੀ 1/3 ਹੁੰਦਾ ਇਹਦਾ ਵੇਟ ਕਾਪਰ ਦੇ ਕੰਪੈਰੀਜ਼ਨ 'ਚ। ਮਤਲਬ ਕਿ ਜੇ ਮੈਂ ਮੰਨ ਲਓ 1 ਮੀਟਰ ਦੀ ਲੈਂਥ ਦੀ ਕੋਈ ਵੀ ਰੋਡ ਜਿਹੜੀ ਆ ਸਿਲੈਕਟ ਕੀਤੀ ਆ, ਜੇ ਕਾਪਰ ਦੀ ਰੋਡ ਦਾ ਵੇਟ 1 ਮੀਟਰ ਦੀ ਕਾਪਰ ਦੀ ਰੋਡ ਦਾ ਵੇਟ 9 ਕਿਲੋ ਆ, ਅਤੇ ਜੇ ਉਸੇ ਸੇਮ ਲੈਂਥ ਦੀ ਸੇਮ ਡੈਂਸਿਟੀ ਦੀ ਜੇ ਮੈਂ ਐਲੂਮੀਨੀਅਮ ਦੀ ਰੋਡ ਲਊਂਗਾ ਤਾਂ ਉਹਦਾ ਵੇਟ ਕਿੰਨਾ ਹੋਊਗਾ, 3 ਕਿਲੋ ਹੋਊਗਾ। ਯਾਨੀ ਕਿ ਜਿਹੜਾ ਐਲੂਮੀਨੀਅਮ ਦਾ ਵੇਟ ਹੁੰਦਾ 1/3 ਹੁੰਦਾ ਐਜ਼ ਦੈਟ ਆਫ ਕਾਪਰ। ਬਹੁਤ ਹਲਕਾ ਹੁੰਦਾ ਐਲੂਮੀਨੀਅਮ ਮਟੀਰੀਅਲ। ਜਿਹੜਾ ਮੈਲਟਿੰਗ ਪੁਆਇੰਟ ਹੁੰਦਾ ਹੈ ਇਹ ਵੀ ਕਾਪਰ ਦੇ ਨਾਲੋਂ ਘੱਟ ਹੁੰਦਾ। ਕਾਪਰ ਦਾ ਹੁੰਦਾ ਹੈ ਮੈਲਟਿੰਗ ਪੁਆਇੰਟ 1083, ਅਤੇ ਜਿਹੜਾ ਐਲੂਮੀਨੀਅਮ ਹੈ ਇਹਦਾ ਮੇਰੇ ਕੋਲ ਮੈਲਟਿੰਗ ਪੁਆਇੰਟ ਹੁੰਦਾ 660 ਡਿਗਰੀ ਸੈਲਸੀਅਸ। ਬੋਇਲਿੰਗ ਪੁਆਇੰਟ ਜਿਹੜਾ ਹੁੰਦਾ ਕਾਪਰ ਦਾ ਇਹ ਹੁੰਦਾ 1800 ਡਿਗਰੀ ਸੈਲਸੀਅਸ। ਜਿੱਦਾਂ ਕਾਪਰ ਮੇਰੇ ਕੋਲ ਮਾਲੇਬਲ ਅਤੇ ਡੈਕਟਾਈਲ ਹੁੰਦਾ, ਉੱਦਾਂ ਇਹ ਵੀ ਮਾਲੇਬਲ ਅਤੇ ਡਿਕਟਾਈਲ ਦੋਨੋਂ ਹੀ ਹੁੰਦੇ ਆ। ਇਹਨਾਂ ਦੀਆਂ ਆਪਾਂ ਵਾਇਰਸ ਵੀ ਬਣਾ ਸਕਦੇ ਹਾਂ ਅਤੇ ਸ਼ੀਟਸ ਵੀ ਬਣਾ ਸਕਦੇ ਹਾਂ। ਇਹਦੀ ਜਿਹੜੀ ਰੈਜ਼ਿਸਟਿਵਿਟੀ ਹੁੰਦੀ ਆ ਉਹ ਕਾਪਰ ਦੇ ਨਾਲੋਂ ਜ਼ਿਆਦਾ ਹੁੰਦੀ ਆ। ਮਤਲਬ ਕਿ ਕਾਪਰ ਦੇ ਨਾਲੋਂ ਜ਼ਿਆਦਾ ਹੋਣ ਦਾ ਮਤਲਬ ਰੈਜ਼ਿਸਟਿਵਿਟੀ ਕਾਪਰ ਨਾਲ ਵੱਧ ਹੋਣ ਦਾ ਮਤਲਬ ਆ ਕਿ ਕਾਪਰ ਨਾਲੋਂ ਥੋੜ੍ਹਾ ਜਿਹਾ ਮਾੜਾ ਕੰਡਕਟਰ ਆ, ਬਟ ਫਿਰ ਵੀ ਸਟਿਲ ਇਹ 1.5 ਟਾਈਮਸ ਹੁੰਦੀ ਹੈ ਇਹਦੀ ਰੈਜ਼ਿਸਟਿਵਿਟੀ ਕਾਪਰ ਨਾਲੋਂ। ਬਟ ਸਟਿਲ ਇਹ ਕੀ ਹੈ, ਇੱਕ ਵਧੀਆ ਕੰਡਕਟਰ ਆ ਜਿਹਨੂੰ ਆਪਾਂ ਆਪਣੇ ਕੰਡਕਟਿੰਗ ਵਾਸਤੇ ਜਿਹੜਾ ਯੂਜ਼ ਕਰ ਸਕਦੇ ਹਾਂ। ਕਿਉਂਕਿ ਕਾਪਰ ਜੇ ਦੇਖਿਆ ਜਾਵੇ ਤਾਂ ਆਪਾਂ ਨੂੰ ਕਾਪਰ ਦੀ ਕੋਸਟ ਵੀ ਜ਼ਿਆਦਾ ਪੈਂਦੀ ਆ, ਕਾਪਰ ਦਾ ਵੇਟ ਵੀ ਜ਼ਿਆਦਾ ਹੁੰਦਾ। ਇਸੇ ਕਰਕੇ ਪੋਸੀਬਲ ਨਹੀਂ ਹੁੰਦਾ ਵੀ ਆਪਾਂ ਕਾਪਰ ਨੂੰ ਬਹੁਤ ਲਾਰਜ ਲੈਵਲ 'ਤੇ ਆਪਾਂ ਯੂਜ਼ ਕਰ ਸਕੀਏ। ਸੋ ਇਸੇ ਕਰਕੇ ਆਪਾਂ ਕੀ ਹੈ ਐਲੂਮੀਨੀਅਮ ਨੂੰ ਪ੍ਰੈਫਰੈਂਸ ਦੇ ਦਿੰਦੇ ਹਾਂ ਜਦੋਂ ਗੱਲ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਦੀ ਆਉਂਦੀ ਆ, ਕਿਉਂਕਿ ਇੱਕ ਤਾਂ ਇਹ ਲਾਈਟ ਵੇਟ ਹੁੰਦਾ, ਰੈਜ਼ਿਸਟਿਵਿਟੀ ਵੀ ਇਹਦੀ ਥੋੜ੍ਹਾ ਫਰਕ ਹੁੰਦਾ, ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ। ਨੈਕਸਟ ਹੈਗਾ ਇਟ ਇਜ਼ ਈਜ਼ੀਲੀ ਰੋਲਡ ਐਂਡ ਡਰੋਨ ਹਾਰਡ। ਇਹਨੂੰ ਕੀ ਕਰਦੇ ਹਾਂ ਆਪਾਂ ਈਜ਼ੀਲੀ ਕੀ ਕਰਦੇ ਹਾਂ, ਇਹਨੂੰ ਆਪਾਂ ਇਹਦੀਆਂ ਵਾਇਰਸ ਵਗੈਰਾ ਜਿਹੜੀਆਂ ਵੀ ਬਣਾਉਣੀਆਂ ਹੁੰਦੀਆਂ ਉਹ ਆਪਾਂ ਈਜ਼ੀਲੀ ਬਣਾ ਸਕਦੇ ਹਾਂ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਢਾਲ ਕੇ ਇਹਨੂੰ ਜਿਹੜਾ ਵੀ ਆਪਾਂ ਸ਼ੇਪ ਦੇਣੀ ਆ ਆਪਾਂ ਇਹਨੂੰ ਦੇ ਸਕਦੇ ਹਾਂ। ਨੈਕਸਟ ਮੇਰੇ ਕੋਲ ਪੁਆਇੰਟ ਆ ਜਾਂਦਾ ਆ, ਡਿਊ ਟੂ ਸੌਫਟ ਮਟੀਰੀਅਲ ਦੇਅਰ ਇਜ਼ ਪੋਸੀਬਿਲਿਟੀ ਆਫ ਲੂਜ਼ ਕੰਟੈਕਟ। ਸੌਫਟ ਮਟੀਰੀਅਲ ਆ ਲੂਜ਼ ਕੰਟੈਕਟ, ਇਹ ਕਿੱਦਾਂ ਰਿਲੇਸ਼ਨ ਹੋਊਗਾ ਵੀ ਮੈਂ ਤੁਹਾਨੂੰ ਦੱਸਦਾ ਹਾਂ। ਜਿਹੜਾ ਸੌਫਟ ਮਟੀਰੀਅਲ ਹੁੰਦਾ ਆ ਐਕਚੁਅਲੀ ਕੀ ਹੁੰਦਾ, ਜਦੋਂ ਵੀ ਆਪਾਂ ਮੰਨ ਲਓ ਕੋਈ ਵੀ ਆਪਾਂ ਜੋੜ ਲਾਇਆ ਐਲੂਮੀਨੀਅਮ ਦਾ, ਮੰਨ ਲਓ ਆਪਾਂ ਜੋੜ ਲਾਇਆ ਤਾਂ ਕੀ ਹੋਊਗਾ, ਟਾਈਮ ਦੇ ਨਾਲ ਕੀ ਹੁੰਦਾ ਜਿਹੜਾ ਜੋੜ ਹੁੰਦਾ ਨਾ ਐਲੂਮੀਨੀਅਮ ਦਾ ਇਹ ਲੂਜ਼ ਹੋਣ ਲੱਗ ਪੈਂਦਾ। ਲੂਜ਼ ਹੋ ਕੇ ਕੀ ਹੁੰਦਾ ਉੱਥੇ ਸਪਾਰਕਿੰਗ ਹੁੰਦੀ, ਸਪਾਰਕਿੰਗ ਹੋ ਕੇ ਹੌਲੀ ਹੌਲੀ ਉਹ ਸੜ ਜਾਂਦਾ ਜਿਹੜਾ ਵੀ ਪੁਆਇੰਟ ਹੁੰਦਾ।
ਸੋ ਇਸ ਕਰਕੇ ਇਹਨੂੰ ਆਪਾਂ ਜੁਆਇੰਟ ਜਿਹੜਾ ਹੁੰਦਾ ਨਾ ਆਪਾਂ ਅਵੋਇਡ ਹੀ ਕਰਦੇ ਹਾਂ ਐਲੂਮੀਨੀਅਮ ਨੂੰ ਲਾਉਣਾ। ਵੈਸੇ ਵੀ ਐਲੂਮੀਨੀਅਮ ਨੂੰ ਜੁਆਇੰਟ ਲਾਉਣਾ ਜਿਹੜਾ ਹੁੰਦਾ ਮੁਸ਼ਕਿਲ ਹੁੰਦਾ। ਕਾਪਰ ਨੂੰ ਤਾਂ ਆਪਾਂ ਜੁਆਇੰਟ ਸੋਲਡਰ ਕਰ ਸਕਦੇ ਹਾਂ, ਜਿਹੜਾ ਐਲੂਮੀਨੀਅਮ ਹੁੰਦਾ ਇਹਨੂੰ ਸੋਲਡਰ ਕਰਨਾ ਈਜ਼ੀ ਨਹੀਂ ਹੁੰਦਾ। ਦੇਖੋ ਨੈਕਸਟ ਪੁਆਇੰਟ ਦੇ ਵਿੱਚ ਲਿਖਿਆ ਵੀ ਹੋਇਆ ਡਿਫੀਕਲਟ ਟੂ ਸੋਲਡਰ ਐਲੂਮੀਨੀਅਮ ਬਿਕੋਜ਼ ਆਫ ਇਟ ਹਾਈ ਰੈਜ਼ਿਸਟਿਵਿਟੀ, ਸੋ ਸਪੈਸ਼ਲ ਫਲਕਸ ਇਜ਼ ਯੂਜ਼ਡ ਟੂ ਸੋਲਡਰ ਇਟ। ਸੋ ਜਿਹੜਾ ਐਲੂਮੀਨੀਅਮ ਹੁੰਦਾ ਆ ਉਹ ਡਾਇਰੈਕਟਲੀ ਆਪਾਂ ਸੋਲਡਰ ਨਹੀਂ ਕਰ ਸਕਦੇ, ਆਪਾਂ ਨੂੰ ਇੱਕ ਸਪੈਸ਼ਲ ਫਲਕਸ ਚਾਹੀਦਾ ਹੁੰਦਾ ਆ ਜਿਹੜਾ ਲਗਾ ਕੇ ਆਪਾਂ ਪਹਿਲਾਂ ਮਟੀਰੀਅਲ 'ਤੇ ਜਿੱਥੇ ਵੀ ਆਪਾਂ ਐਲੂਮੀਨੀਅਮ ਨੂੰ ਸੋਲਡਰ ਕਰਨਾ ਉੱਥੇ ਵੀ ਲਾਉਂਦੇ ਹਾਂ, ਐਲੂਮੀਨੀਅਮ ਮਟੀਰੀਅਲ 'ਤੇ ਵੀ ਲਾਉਂਦੇ, ਫਿਰ ਆਪਾਂ ਉਹਨੂੰ ਸੋਲਡਰ ਕਰਦੇ ਹਾਂ। ਸੋ ਇਸੇ ਕਰਕੇ ਆਪਣੀ ਇਹ ਥੋੜ੍ਹੀ ਜਿਹੀ ਨੈਗੇਟਿਵ ਪੁਆਇੰਟ ਆ ਜਾਂਦਾ ਐਲੂਮੀਨੀਅਮ ਦੇ ਵਿੱਚ ਕਿ ਇਹਦੇ ਵਿੱਚ ਜਿਹੜਾ ਹੁੰਦਾ ਨਾ ਕੰਟੈਕਟ ਲੂਜ਼ ਹੋਣ ਦਾ ਖਤਰਾ ਜ਼ਿਆਦਾ ਹੁੰਦਾ, ਯਾਨੀ ਕਿ ਜੇ ਆਪਾਂ ਇਹਦਾ ਜੋੜ ਲਾਇਆ ਤਾਂ ਜੋੜ ਟੁੱਟਣ ਦਾ ਜਿਹੜਾ ਖਤਰਾ ਹੁੰਦਾ ਨਾ ਉਹ ਜ਼ਿਆਦਾ ਹੁੰਦਾ, ਕਿਉਂਕਿ ਸੌਫਟ ਮਟੀਰੀਅਲ ਹੋਣ ਦੇ ਕਰਕੇ ਜਿੰਨਾ ਮਰਜ਼ੀ ਆਪਾਂ ਟਾਈਟ ਜੋੜ ਲਾ ਲਈਏ ਇਹਨੇ ਹੌਲੀ ਹੌਲੀ ਟਾਈਮ ਦੇ ਨਾਲ ਕੀ ਹੋਣਾ ਲੂਜ਼ ਹੋਈ ਜਾਣਾ। ਨੈਕਸਟ ਆ ਗਿਆ ਟੈਂਸਾਈਲ ਸਟਰੈਂਥ। ਹੁਣ ਟੈਂਸਾਈਲ ਸਟਰੈਂਥ ਵੀ ਜਿਹੜੀ ਹੁੰਦੀ ਹੈ ਇਹਦੀ ਬਹੁਤੀ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਮਟੀਰੀਅਲ ਬਹੁਤ ਸੌਫਟ ਹੁੰਦਾ ਹੈ। ਜੇ ਆਪਾਂ ਕਾਪਰ ਦੀ ਗੱਲ ਕਰੀਏ ਤਾਂ ਕਾਪਰ ਦੀ 4 ਟਨ ਤੋਂ ਲੈ ਕੇ 8 ਟਨ ਪਰ ਸੈਂਟੀਮੀਟਰ ਸਕੁਅਰ ਦੀ ਹੁੰਦੀ ਆ, ਜਿੱਥੇ ਕਿ ਇਹਦੀ ਕੀ ਆ ਇਹਦੀ ਸਿਰਫ 1.57 ਟਨ ਤੋਂ 1.57 ਟਨ ਪਰ ਸੈਂਟੀਮੀਟਰ ਸਕੁਅਰ ਆ, ਜਿਹੜੀ ਕਿ ਬਹੁਤ ਘੱਟ ਆ, 3 ਗੁਣਾ ਹੀ ਘੱਟ ਆ ਕਾਪਰ ਦੇ ਨਾਲੋਂ। ਹੁਣ ਮੇਰੇ ਕੋਲ ਆਉਂਦਾ ਵੀ ਇਹਦੀਆਂ ਐਪਲੀਕੇਸ਼ਨਸ ਕੀ ਆ ਐਲੂਮੀਨੀਅਮ ਦੀਆਂ। ਸੋ ਐਲੂਮੀਨੀਅਮ ਜਿਹੜਾ ਹੁੰਦਾ ਆ ਇਹਨੂੰ ਸਭ ਤੋਂ ਜਿਹੜੀ ਮੇਨ ਐਪਲੀਕੇਸ਼ਨ ਹੈ ਇਹਦੀ ਸਭ ਤੋਂ ਵੱਧ ਜਿਹੜੀ ਆਪਾਂ ਯੂਜ਼ ਕਰਦੇ ਹਾਂ ਹੈ ਇਟ ਇਜ਼ ਯੂਜ਼ ਟੂ ਮੇਕ ACSR ਕੰਡਕਟਰ। ਆ ਦੇਖੋ ਆ ਥੱਲੇ ਜਿਹੜੀ ਆ ਇਮੇਜ ਸ਼ੋ ਕੀਤੀ ਹੋਈ ਹੈ ACSR ਕੰਡਕਟਰ ਦੀ ਆ ਮਲਟੀ ਕੋਰ ਆ ਜਾਂਦਾ, ਸਿੰਗਲ ਕੋਰ ਆ ਜਾਂਦਾ ਆਪਣੇ ਕੋਲ। ਇਹ ਵੀ ਤੁਹਾਨੂੰ ਦੱਸਦਾ ਕੀ ਹੁੰਦਾ ACSR ਕੰਡਕਟਰ ਜਿਹੜਾ ਬਹੁਤ ਇੰਪੋਰਟੈਂਟ ਟੌਪਿਕ ਆ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਇੰਪੋਰਟੈਂਟ ਟੌਪਿਕ ਆ, ਅਤੇ ਜੇ ਆਪਾਂ ਰੀਅਲ ਲਾਈਫ ਦੀ ਗੱਲ ਕਰੀਏ ਪ੍ਰੈਕਟੀਕਲ ਗੱਲ ਕਰੀਏ ਤਾਂ ਉੱਥੇ ਵੀ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਆਪਣੀ ਜਿੰਨੀ ਵੀ ਟਰਾਂਸਮਿਸ਼ਨ ਹੁੰਦੀ ਹੈ ਸਬ ਸਟੇਸ਼ਨ ਤੋਂ ਜਨਰੇਟਿੰਗ ਸਟੇਸ਼ਨ ਤੋਂ ਸਬ ਸਟੇਸ਼ਨ ਤੱਕ ਸਪਲਾਈ ਆਉਣਾ ਅਤੇ ਜਿੰਨੀ ਵੀ ਡਿਸਟਰੀਬਿਊਸ਼ਨ ਆ ਯਾਨੀ ਕਿ ਸਬ ਸਟੇਸ਼ਨ ਤੋਂ ਆਪਣੇ ਘਰ ਤੱਕ ਸਪਲਾਈ ਜਿਹੜੀ ਆਉਂਦੀ ਆ ਉਹ ਸਾਰੀ ਆਪਾਂ ACSR ਕੰਡਕਟਰ ਹੀ ਯੂਜ਼ ਕਰਦੇ। ਇਸੇ ਕਰਕੇ ਇਹਨੂੰ ਸਟੱਡੀ ਕਰਨਾ ਬਹੁਤ ਜ਼ਰੂਰੀ ਹੈ, ਆਪਾਂ ਸਟੱਡੀ ਕਰਾਂਗੇ ਵੀ। ਨੈਕਸਟ ਆ ਜਾਂਦਾ ਯੂਜ਼ਡ ਫॉर ਮੇਕਿੰਗ ਬੱਸ ਬਾਰਸ। ਜਿਹੜੇ ਐਲੂਮੀਨੀਅਮ ਹੁੰਦਾ ਆ ਜਿੱਦਾਂ ਆਪਣੇ GPC ਬਿੱਗੋਵਾਲ ਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਉੱਥੇ ਛੋਟੇ ਛੋਟੇ ਬਾਕਸ ਲੱਗੇ ਹੋਏ ਆ, ਬਾਕਸ ਦੇ ਵਿੱਚ ਕੀ ਆ ਬੱਸ ਬਾਰ ਲੱਗੀ ਹੋਈ ਆ। ਪਹਿਲਾਂ ਆਪਾਂ ਕੀ ਕਰਦੇ ਹੁਣ ਤੁਹਾਨੂੰ ਪਤਾ ਕਿ ਐਲੂਮੀਨੀਅਮ ਦਾ ਆਪਾਂ ਪਿੱਛੇ ਸਟੱਡੀ ਵੀ ਕੀਤਾ ਵੀ ਐਲੂਮੀਨੀਅਮ ਦਾ ਜੁਆਇੰਟ ਜਿਹੜਾ ਹੁੰਦਾ ਉਹ ਬਹੁਤ ਮੁਸ਼ਕਿਲ ਹੁੰਦਾ, ਇਹ ਜੁਆਇੰਟ ਇਹਦਾ ਲੂਜ਼ ਹੋ ਜਾਂਦਾ। ਇਸੇ ਕਰਕੇ ਆਪਾਂ ਬੱਸ ਬਾਰਸ ਬਣਾਈਆਂ ਹੁੰਦੀਆਂ। ਬੱਸ ਬਾਰ ਦੇ ਵਿੱਚ ਪਹਿਲਾਂ ਆਪਾਂ ਐਲੂਮੀਨੀਅਮ ਦਾ ਜੋੜ ਲਾਉਂਦੇ ਹਾਂ, ਉੱਥੋਂ ਹੀ ਫਿਰ ਆਪਾਂ ਕੀ ਆ ਅੱਗੇ ਸਪਲਾਈ ਜਿੱਥੇ ਦੇਣੀ ਦੇ ਦਿੰਦੇ, ਬਜਾਏ ਮਤਲਬ ਕਿ ਇਹਨੂੰ ਡਾਇਰੈਕਟਲੀ ਜੋੜ ਲਾਉਣ ਦੀ ਬਜਾਏ ਆਪਾਂ ਕੀ ਕਰਦੇ ਹਾਂ ਬੱਸ ਬਾਰ ਦੇ ਵਿੱਚ ਇਹਨੂੰ ਨੱਟ ਬੋਲਟ ਦੇ ਨਾਲ ਕੱਸ ਦਿੰਦੇ ਹਾਂ। ਸੋ ਜੇ ਲੂਜ਼ ਵੀ ਹੁੰਦਾ ਤਾਂ ਆਪਾਂ ਨੱਟ ਕੱਸ ਕੇ ਈਜ਼ੀਲੀ ਆਪਣਾ ਕੰਮ ਚਲਾ ਸਕਦੇ ਹਾਂ ਉੱਤੇ। ਸੋ ਇਹਦੀਆਂ ਬੱਸ ਬਾਰਸ ਵੀ ਬਣਦੀਆਂ। ਨੈਕਸਟ ਮੇਰੇ ਕੋਲ ਆਉਂਦਾ ਯੂਜ਼ਡ ਫॉर ਮੇਕਿੰਗ ਰੋਟਰ ਬਾਰ ਆਫ ਸਕੁਇਲ ਗੇਜ ਇੰਡਕਸ਼ਨ ਮੋਟਰ। ਜਿਹੜੀਆਂ ਆਪਣੀ ਇੰਡਕਸ਼ਨ ਮੋਟਰ ਹੁੰਦੀ ਹੈ ਨਾ, ਇੰਡਕਸ਼ਨ ਮੋਟਰ AC ਸਪਲਾਈ 'ਤੇ ਚੱਲਦੀ ਵੱਡੀਆਂ ਮੋਟਰਾਂ ਹੁੰਦੀਆਂ ਇਹ। ਸੋ ਉੱਥੇ ਵੀ ਆਪਾਂ ਕੀ ਆ ਜਿਹੜਾ ਉਹਦਾ ਰੋਟਰ ਹੁੰਦਾ ਆ, ਰੋਟਰ ਯਾਨੀ ਕਿ ਜਿਹੜਾ ਰੋਟੇਟਿੰਗ ਪਾਰਟ ਹੁੰਦਾ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਨਾ ਕਾਪਰ ਦੀਆਂ ਬਾਰ ਆਪਾਂ, ਸੋ ਕਾਪਰ ਦੀਆਂ ਬਾਰ ਵੀ ਯੂਜ਼ ਕਰ ਸਕਦੇ, ਉਹਦੇ ਵਿੱਚ ਆਪਾਂ ਐਲੂਮੀਨੀਅਮ ਦੀਆਂ ਬਾਰਸ ਵੀ ਯੂਜ਼ ਕਰ ਸਕਦੇ ਹਾਂ। ਨੈਕਸਟ ਮੇਰੇ ਕੋਲ ਆਉਂਦਾ ਇਟ ਇਜ਼ ਯੂਜ਼ ਟੂ ਮੇਕ ਹਾਊਸ ਵਾਇਰ ਇਨਕਲੂਡਿੰਗ ਫਲੈਕਸੀਬਲ ਕੋਡ। ਸੋ ਹਾਊਸ ਵਾਇਰਿੰਗ ਦੇ ਵਿੱਚ ਵੈਸੇ ਮੋਸਟਲੀ ਆਪਾਂ ਯੂਜ਼ ਨਹੀਂ ਕਰਦੇ, ਹਾਂ ਉੱਥੇ ਆਪਾਂ ਜ਼ਰੂਰ ਯੂਜ਼ ਕਰ ਲੈਂਦੇ ਜਿੱਥੇ ਆਪਣੀ 3 ਕੋਰ ਜਾਂ 4 ਕੋਰ ਦੀ ਕੇਬਲ ਹੋਵੇ ਨਾ, ਉੱਥੇ ਆਪਾਂ ਇਹਨੂੰ ਐਲੂਮੀਨੀਅਮ ਨੂੰ ਜ਼ਰੂਰ ਯੂਜ਼ ਕਰਦੇ ਹਾਂ। ਕਾਲਜ ਦੇ ਵਿੱਚ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਵੀ ਕਿੱਥੇ ਯੂਜ਼ ਕਰਦੇ ਹਾਂ। ਜਿੰਨੀਆਂ ਵੀ ਆਪਣੀ ਸਪਲਾਈ ਹੁੰਦੀ ਆ ਮੰਨ ਲਓ ਤੁਹਾਡੇ ਜਨਰੇਟਰ ਤੋਂ ਲੈ ਕੇ ਤੁਹਾਡੀ ਬੱਸ ਬਾਰ ਤੱਕ ਜਿਹੜੀ ਸਪਲਾਈ ਆਉਣੀ ਆ ਉਹ ਜਿਹੜੀ ਕੇਬਲ ਪਾਈ ਹੁੰਦੀ ਆ ਉਹ ਕੇਬਲ ਦੇ ਵਿੱਚ ਕਾਪਰ ਨਹੀਂ ਹੁੰਦੀ, ਉਹਦੇ ਵਿੱਚ ਐਲੂਮੀਨੀਅਮ ਹੀ ਹੁੰਦਾ ਆ। ਸੋ ਫਲੈਕਸੀਬਲ ਕੋਡ ਜਾਂ ਫਲੈਕਸੀਬਲ ਕੇਬਲ ਜਿਹੜੀਆਂ ਹੁੰਦੀਆਂ। ਨੈਕਸਟ ਮੇਰੇ ਕੋਲ ਆ ਜਾਂਦਾ ਆ ACSR। ਹੁਣ ਜਿਹੜਾ ACSR ਆ ਇਹ ਇੱਕ ਤਰ੍ਹਾਂ ਟਾਈਪ ਹੀ ਕਹਿ ਸਕਦੇ ਆ ਇਹਨੂੰ ਐਲੂਮੀਨੀਅਮ ਕੰਡਕਟਰ ਦੀ। ਇਹਦੀ ਜਿਹੜੀ ਫੁੱਲ ਫਾਰਮ ਹੁੰਦੀ ਆ ਉਹ ਹੁੰਦੀ ਆ ਐਲੂਮੀਨੀਅਮ ਕੰਡਕਟਰ ਸਟੀਲ ਰੀਨਫੋਰਸਡ। ਇਹਦੇ ਨਾਮ ਤੋਂ ਇਹਦੀ ਤੁਹਾਨੂੰ ਕੰਸਟਰਕਸ਼ਨ ਦਾ ਪਤਾ ਲੱਗ ਜਾਣਾ ਵੀ ACSR ਕੀ ਹੁੰਦਾ ਆ, ਐਲੂਮੀਨੀਅਮ ਦਾ ਕੰਡਕਟਰ ਹੁੰਦਾ ਆ ਜਿਹਦੇ ਸੈਂਟਰ ਦੇ ਵਿੱਚ ਕੀ ਰੀਨਫੋਰਸ ਕੀਤਾ ਹੁੰਦਾ ਆਪਾਂ ਸਟੀਲ। ਜਿੱਦਾਂ ਹੁਣ ਇੱਥੇ ਤੁਸੀਂ ਦੇਖ ਸਕਦੇ ਆ ACSR ਕੰਡਕਟਰ ਦੀਆਂ 2 ਟਾਈਪਸ ਆ, ਸਿੰਗਲ ਕੋਰ ACSR ਆ, ਮਲਟੀ ਕੋਰ ACSR ਆ। ਜਿਹੜਾ ਸਿੰਗਲ ਕੋਰ ACSR ਆ ਜਿਹੜਾ ਡਾਰਕਰ ਆ ਉਹਦੇ ਸੈਂਟਰ ਦੇ ਵਿੱਚ ਇਹ ਕੀ ਹੋਊਗਾ, ਇਹ ਹੋਊਗਾ ਸਟੀਲ ਦੀ ਵਾਇਰ ਤੇ ਆਲੇ ਦੁਆਲੇ ਇਹਦੇ ਕੀ ਹੋਊਗਾ ਐਲੂਮੀਨੀਅਮ ਦੇ ਸਟ੍ਰੈਂਡਸ। ਸਿਮਿਲਰਲੀ ਇੱਥੇ ਵੀ ਕੀ ਆ ਜਿਹੜਾ ਡਾਰਕਰ ਆ ਸੈਂਟਰ ਦੇ ਵਿੱਚ ਸਟੀਲ ਦੀ ਵਾਇਰ ਆ ਤੇ ਇਹਦੇ ਸਰਾਊਂਡਿੰਗ ਕੀ ਆ ਸਟ੍ਰੈਂਡਸ ਨੇ ਐਲੂਮੀਨੀਅਮ ਦੇ। ਹੁਣ ਇਹਦੀ ਲੋੜ ਕੀ ਪਈ ਆਪਾਂ ਨੂੰ ACSR ਦੀ। ਪਹਿਲਾਂ ਕੀ ਹੁੰਦਾ ਸੀ ਜਿਹੜੇ ਇੰਜੀਨੀਅਰ ਸੀ ਉਹਨਾਂ ਨੇ ਦੇਖਿਆ ਕਿ ਕਾਪਰ ਜਿਹੜਾ ਹੈ ਨਾ ਇਹਨੂੰ ਜਦੋਂ ਆਪਾਂ ਟਰਾਂਸਮਿਸ਼ਨ ਵਾਸਤੇ ਯੂਜ਼ ਕਰਦੇ ਹਾਂ ਤਾਂ ਆਪਾਂ ਨੂੰ ਉਹਦੀ ਟਰਾਂਸਮਿਸ਼ਨ ਦੀ ਪਹਿਲਾਂ ਤਾਂ ਕਾਸਟ ਕੰਡਕਟਰ ਦੀ ਹੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜੇ ਕਾਪਰ ਨੂੰ ਆਪਾਂ ਕਾਪਰ ਮਹਿੰਗਾ ਹੁੰਦਾ ਇਸ ਕਰਕੇ ਜੇ ਉਹਨੂੰ ਟਰਾਂਸਮਿਸ਼ਨ ਜਾਂ ਡਿਸਟਰੀਬਿਊਸ਼ਨ ਵਾਸਤੇ ਆਪਾਂ ਯੂਜ਼ ਕਰਾਂਗੇ ਤਾਂ ਉਹਦੀ ਕਾਸਟ ਜਿਹੜੀ ਆ ਬਹੁਤ ਜ਼ਿਆਦਾ ਵੱਧ ਆ। ਪਹਿਲਾਂ ਤਾਂ ਕੰਡਕਟਰ ਖਰੀਦਣ ਦੀ ਕਾਸਟ ਆ ਗਈ, ਉਸ ਤੋਂ ਬਾਅਦ ਜਿਹੜਾ ਮੇਰਾ ਕਾਪਰ ਹੁੰਦਾ ਇਹਦਾ ਵੇਟ ਹੁੰਦਾ ਬਹੁਤ ਜ਼ਿਆਦਾ। ਵੇਟ ਜ਼ਿਆਦਾ ਹੋਣ ਕਰਕੇ ਕੀ ਹੈ ਮੇਰਾ ਲਾਈਨ ਦੇ ਵਿੱਚ ਸੈਗ ਵੱਧ ਗਿਆ।
ਸੈਗ मतलब कि ਜਿਹੜਾ ਸੈਂਟਰ ਪਾਰਟ ਤੋਂ ਆਪਣੀ ਨਾ ਵਾਇਰ ਬਹੁਤ ਜ਼ਿਆਦਾ ਥੱਲੇ ਆ ਜਾਂਦੀ, ਜਿੰਨਾ ਵੇਟ ਹੋਊਗਾ ਉਨੀ ਜ਼ਿਆਦਾ ਸੈਂਟਰ 'ਚੋਂ ਥੱਲੇ ਵਾਇਰ ਆ ਜਾਣੀ ਹੈ। ਸੋ ਉਹ ਜਿਹੜਾ ਸੈਗ ਸੀਗਾ ਉਹਨੂੰ ਘਟਾਉਣ ਵਾਸਤੇ ਉਹਨੂੰ ਨੰਬਰ ਆਫ ਪੋਲਸ ਵੀ ਵਿੱਚ ਹੋਰ ਲਾਉਣੇ ਪੈ ਗਏ। ਸੋ ਇਹਦੇ ਕਰਕੇ ਕੀ ਹੋਇਆ, ਜਿਹੜੀ ਓਵਰਆਲ ਕੋਸਟ ਨਿਕਲ ਕੇ ਆਈ ਨਾ ਪੂਰੇ ਸਿਸਟਮ ਦੀ, ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਸੀ। ਸੋ ਉਸੇ ਟਾਈਮ 'ਚ ਕੀ ਹੋਇਆ, ਇੱਕ ਫਿਨੋਮੀਨਾ ਸਾਹਮਣੇ ਆਇਆ ਜਿਹਦਾ ਨਾਮ ਸੀਗਾ ਸਕਿਨ ਇਫੈਕਟ। ਸਕਿਨ ਇਫੈਕਟ ਸੀ ਫਿਨੋਮੀਨਾ ਦਾ ਨਾਮ। ਜਿਹੜਾ ਸਕਿਨ ਇਫੈਕਟ ਸੀ ਉਹ ਕੀ ਕਹਿੰਦਾ ਸੀ, ਉਹ ਕਹਿੰਦਾ ਕਿ ਮੰਨ ਲਓ ਆ ਮੇਰਾ ਕੰਡਕਟਰ ਆ ਇੱਕ, ਠੀਕ ਆ, ਰੈੱਡ ਕਲਰ ਰਾਊਂਡ ਸ਼ੇਪ ਦੇ ਵਿੱਚ ਕੰਡਕਟਰ ਆ। ਜਿਹੜਾ ਸਕਿਨ ਇਫੈਕਟ ਸੀ ਉਹ ਕਹਿੰਦਾ ਕਿ ਜਿਹੜਾ ਮੇਰਾ ਕਰੰਟ ਹੋਊਗਾ ਨਾ, ਉਹ ਕਰੰਟ ਹਮੇਸ਼ਾ ਮੇਰੇ ਜਿਹੜਾ ਆਊਟਰ ਸਰਫੇਸ ਆ, ਆਊਟਰ ਸਰਫੇਸ ਦੇ ਉੱਪਰ ਫਲੋ ਕਰੂਗਾ ਏਸੀ ਸਿਸਟਮ ਦੇ ਵਿੱਚ, ਠੀਕ ਆ। ਜਿਹੜਾ ਸੈਂਟਰ ਵਾਲਾ ਪਾਰਟ ਹੈ ਇਹ ਖਾਲੀ ਰਹੂਗਾ। ਜਿਹੜਾ ਵੀ ਏਸੀ ਕਰੰਟ ਹੁੰਦਾ ਨਾ ਉਹ ਆਊਟਰ ਸਰਫੇਸ 'ਤੇ ਫਲੋ ਕਰਦਾ। ਜਿਹੜਾ ਡੀਸੀ ਹੁੰਦਾ ਉਹ ਤਾਂ ਥਰੂ ਆਊਟ ਦਾ ਲੈਂਥ ਹੀ ਰਹਿੰਦਾ ਆ, ਬਟ ਜਿਹੜਾ ਏਸੀ ਕਰੰਟ ਹੁੰਦਾ ਸਕਿਨ ਇਫੈਕਟ ਦੇ ਫਿਨੋਮੀਨਾ ਦੇ ਅਕੋਰਡਿੰਗ ਆਊਟਰ ਸਰਫੇਸ 'ਤੇ ਹੀ ਫਲੋ ਕਰਦਾ। ਸੋ ਹੁਣ ਕੀ ਹੈ, ਜਿਹੜਾ ਸੈਂਟਰ ਵਾਲਾ ਹਿੱਸਾ ਆ ਇਹ ਤਾਂ ਆਪਣਾ ਮਤਲਬ ਕਿ ਹੁਣ ਕਿਸੇ ਯੂਜ਼ ਦੇ ਵਿੱਚ ਹੀ ਨਹੀਂ ਰਹਿ ਗਿਆ। ਕਿਉਂ ਨਹੀਂ ਯੂਜ਼ 'ਚ ਰਹਿ ਗਿਆ? ਕਿਉਂਕਿ ਇਹਦੇ ਵਿੱਚ ਤਾਂ ਕਰੰਟ ਹੀ ਨਹੀਂ ਫਲੋ ਕਰਦਾ। ਕਰੰਟ ਤਾਂ ਸਾਰਾ ਆਊਟਰ ਸਰਫੇਸ ਦੇ ਵਿੱਚ ਫਲੋ ਕਰ ਰਿਹਾ ਐਜ਼ ਪਰ ਸਕਿਨ ਇਫੈਕਟ। ਏਸੀ ਕਰੰਟ ਹੀ ਆਪਾਂ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਵਾਸਤੇ ਏਸੀ ਕਰੰਟ ਹੀ ਯੂਜ਼ ਕਰਦੇ, ਡੀਸੀ ਤਾਂ ਕਰਦੇ ਨਹੀਂ। ਜਨਰੇਟਿੰਗ ਵੀ ਜਨਰੇਸ਼ਨ ਜਿਹੜੀ ਹੁੰਦੀ ਆ ਉਹ ਵੀ ਏਸੀ 'ਚ ਹੁੰਦੀ ਹੈ, ਜਿਹੜੀ ਟਰਾਂਸਮਿਸ਼ਨ ਹੁੰਦੀ ਉਹ ਵੀ ਏਸੀ 'ਚ ਹੁੰਦੀ ਹੈ। ਸੋ ਸਕਿਨ ਇਫੈਕਟ ਕੀ ਹੁੰਦਾ ਵੀ ਏਸੀ ਕਰੰਟ ਜਿਹੜਾ ਆ ਕੰਡਕਟਰ ਦੇ ਆਲੇ ਦੁਆਲੇ ਫਲੋ ਕਰਦਾ ਜੀ, ਸੈਂਟਰ 'ਚੋਂ ਖਾਲੀ ਆ। ਸੋ ਉਦੋਂ ਫਿਰ ਜਿਹੜੇ ਆਪਣੇ ਇੰਜੀਨੀਅਰ ਸੀ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਐਲੂਮੀਨੀਅਮ ਜਿਹੜਾ ਆ ਉਹਨੂੰ ਯੂਜ਼ ਕਰੀਏ ਟਰਾਂਸਮਿਸ਼ਨ ਵਾਸਤੇ, ਤੇ ਉਦੋਂ ਹੀ ਆਪਾਂ ACSR ਕੰਡਕਟਰ ਬਣਾਇਆ ਸੀ। ਹੁਣ ਦੇਖੋ ਏਸੀ ਕਰੰਟ ਤੁਹਾਨੂੰ ਦੱਸਿਆ ਸਕਿਨ ਇਫੈਕਟ ਦੇ ਅਕੋਰਡਿੰਗ ਕਿੱਥੇ ਫਲੋ ਕਰਦਾ, ਆਊਟਰ ਸਰਫੇਸ ਦੇ ਉੱਪਰ, ਸੈਂਟਰ 'ਚ ਨਹੀਂ ਫਲੋ ਕਰਦਾ। ਹੁਣ ਜਿੱਦਾਂ ਤੁਹਾਡੀ ਸਕਿਨ ਆ, ਆਪਾਂ ਕਹਿੰਦੇ ਆ ਵੀ ਹਿਊਮਨ ਸਕਿਨ ਆ। ਹਿਊਮਨ ਸਕਿਨ ਕੀ ਆ, ਜਿਹੜੀ ਤੁਹਾਡੀ ਆਊਟਰ ਸਰਫੇਸ ਆ ਜਿਹੜਾ ਤੁਹਾਡੀ ਬੋਡੀ ਦਾ, ਆਊਟਰ ਦੀ ਜਿਹੜੀ ਸਕਿਨ ਆ ਉਹ ਤੁਹਾਡੀ ਸਕਿਨ ਹੁੰਦੀ। ਸਿਮਿਲਰਲੀ ਸਕਿਨ ਇਫੈਕਟ ਕੀ ਆ, ਜਿਹੜਾ ਆਊਟਰ ਸਰਫੇਸ 'ਤੇ ਜਿਹੜਾ ਕਰੰਟ ਫਲੋ ਕਰਦਾ। ਸੋ ਇੱਥੇ ਵੀ ਦੇਖੋ ਹੁਣ ਕੀ ਆ, ACSR ਕੰਡਕਟਰ ਇੰਜੀਨੀਅਰਸ ਨੇ ਬਣਾਇਆ। ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਐਲੂਮੀਨੀਅਮ ਜਿਹੜਾ ਮਕੈਨੀਕਲੀ ਇੰਨਾ ਸਟਰੋਂਗ ਨਹੀਂ ਹੁੰਦਾ ਜਿੰਨਾ ਕਾਪਰ ਸਟਰੋਂਗ ਹੁੰਦਾ। ਸੋ ਕਹਿੰਦੇ ਕਿਉਂ ਨਾ ਆਪਾਂ ਇਹਦੇ ਸੈਂਟਰ ਦੇ ਵਿੱਚ ਇਹਨੂੰ ਮਕੈਨੀਕਲ ਸਟਰੈਂਥ ਦੇਣ ਵਾਸਤੇ ਸਟੀਲ ਦੀ ਵਾਇਰ ਯੂਜ਼ ਕਰ ਲਈਏ। ਸੋ ਉਹ ਜਿਹੜਾ ਕੰਡਕਟਰ ਬਣਿਆ ਉਹਨੂੰ ਆਪਾਂ ਨਾਮ ਦਿੱਤਾ ACSR। ਹੁਣ ਇਹਦੇ ਵਿੱਚ ਕੀ ਹੋਊਗਾ, ਦੇਖੋ ਕਰੰਟ ਸੈਂਟਰ 'ਚੋਂ ਤਾਂ ਫਲੋ ਨਹੀਂ ਕਰਨਾ ਏਸੀ ਕਰੰਟ ਹਮੇਸ਼ਾ ਬਾਹਰਲੇ ਪਾਸੇ ਫਲੋ ਕਰਨਾ। ਜਿਹੜਾ ਮੇਰਾ ਆਊਟਰ ਸਰਫੇਸ ਆ, ਦੇਖੋ ਜਿਹੜਾ ਕੰਡਕਟਰ ਦਾ ਆਊਟਰ ਸਰਫੇਸ ਆ, ਕਰੰਟ ਦਾ ਸਾਰਾ ਇੱਥੋਂ ਫਲੋ ਕਰਨਾ, ਠੀਕ ਆ। ਸੋ ਇਸ ਕਰਕੇ ਉਹਨਾਂ ਨੇ ਕੀ ਕੀਤਾ, ਕਹਿੰਦੇ ਮਕੈਨੀਕਲ ਸਟਰੈਂਥ ਜਿਹੜੀ ਆ ਐਲੂਮੀਨੀਅਮ ਦੀ ਘੱਟ ਹੁੰਦੀ, ਇਸ ਕਰਕੇ ਉਹਦੇ ਸੈਂਟਰ ਦੇ ਵਿੱਚ ਆਪਾਂ ਸਟੀਲ ਦੀ ਤਾਰ ਪਾ ਦਿੰਦੇ ਆ। ਹੁਣ ਸਟੀਲ ਦੀ ਤਾਰ ਪਾਉਣ ਕਰਕੇ ਕੀ ਹੋਇਆ, ਮਕੈਨੀਕਲ ਸਟਰੈਂਥ ਜਿਹੜੀ ਸੀਗੀ ਮੈਨੂੰ ਮਿਲ ਗਈ, ਤੇ ਜਿਹੜਾ ਕਰੰਟ ਦੀ ਕੰਡਕਸ਼ਨ ਸੀਗੀ ਉਹ ਕੀ ਆਊਟਰ ਸਰਫੇਸ ਦੇ ਜਿਹੜੇ ਐਲੂਮੀਨੀਅਮ ਦੇ ਕੰਡਕਟਰ ਆ ਉਹਨਾਂ ਨੇ ਕਰਤੀ। ਸੋ ਮੇਰੇ ਦੋਨੋਂ ਮਸਲੇ ਜਿਹੜੇ ਸੀ ਇਹਦੇ ਵਿੱਚ ਹੱਲ ਹੋ ਗਏ। ਇੱਕ ਤਾਂ ਐਲੂਮੀਨੀਅਮ ਜਿਹੜਾ ਹੁੰਦਾ ਉਹ ਲਾਈਟਰ ਵੇਟ ਹੁੰਦਾ, ਹੁਣ ਐਲੂਮੀਨੀਅਮ ਲਾਈਟਰ ਵੇਟ ਆ, ਵੇਟ ਘੱਟ ਗਿਆ ਤਾਂ ਆਪਣੇ ਕੋਲ ਜਿਹੜੀ ਸੀਗੀ ਸਮੈਨ ਆਪਾਂ ਲੰਬੇ ਪਾ ਸਕਦੇ ਹਾਂ, ਜਿਹਦੇ ਕਰਕੇ ਟਰਾਂਸਮਿਸ਼ਨ ਦੀ ਕੋਸਟ ਘੱਟ ਗਈ। ਐਲੂਮੀਨੀਅਮ ਵੈਸੇ ਵੀ ਸਸਤਾ ਹੁੰਦਾ ਤਾਂ ਇਹਦੀ ਵੀ ਆਪਾਂ ਨੂੰ ਕੰਡਕਟਰ ਦੀ ਕੋਸਟ ਵੀ ਘੱਟ ਗਈ, ਠੀਕ ਹੈ। ਸੋ ਇਸੇ ਕਰਕੇ ਓਵਰਹੈਡ ਲਾਈਨ ਦੇ ਵਿੱਚ ਅੱਜ ਕੱਲ੍ਹ ਕੀ ਹੈ, ACSR ਕੰਡਕਟਰ ਹੀ ਯੂਜ਼ ਕਰਦੇ ਆ, ਜਿਹਦੇ ਵਿੱਚ ਇੱਕ ਸਟੀਲ ਕੋਰ ਹੁੰਦੀ ਆ, ਜਿਹਦੇ ਆਲੇ ਦੁਆਲੇ ਸਰਾਊਂਡਿੰਗ ਕੀ ਹੁੰਦਾ, ਐਲੂਮੀਨੀਅਮ ਦੇ ਸਟ੍ਰੈਂਡ ਹੁੰਦੇ ਆ। ਜਿਹੜੀ ਸਟੀਲ ਦੀ ਕੋਰ ਹੁੰਦੀ ਆ ਉਹ ਕੀ ਕਰਦੀ ਹੈ, ਐਕਸਟਰਾ ਮਕੈਨੀਕਲ ਸਟਰੈਂਥ ਪ੍ਰੋਵਾਈਡ ਕਰਦੀ ਆ, ਤੇ ਐਕਸਟਰਾ ਮਕੈਨੀਕਲ ਸਟਰੈਂਥ ਵੀ ਪ੍ਰੋਵਾਈਡ ਕਰਦੀ ਹੈ, ਤੇ ਵੇਟ ਵੀ ਘੱਟ ਗਿਆ, ਜਿਹਦੇ ਕਰਕੇ ਮੇਰਾ ਸੈਗ ਵੀ ਜਿਹੜਾ ਹੁੰਦਾ ਰਿਡਿਊਸ ਹੋ ਜਾਂਦਾ। ਸੋ ਇਹਦਾ ਫਾਇਦਾ ਵੀ ਆਪਾਂ ਨੂੰ ਇਹ ਹੋਇਆ ਕਿ ਜਿਹੜਾ ACSR ਕੰਡਕਟਰ ਓਵਰਆਲ ਬਣ ਕੇ ਆਇਆ ਉਹ ਕਾਪਰ ਦੇ ਨਾਲੋਂ ਸਸਤਾ ਵੀ ਸੀਗਾ ਤੇ ਕਾਪਰ ਦੇ ਨਾਲੋਂ ਸਟਰੋਂਗ ਵੀ ਸੀਗਾ। ਹੁਣ ਕੁਐਸਚਨ ਮੇਰੇ ਕੋਲ ਅਰਾਈਜ਼ ਹੁੰਦਾ ਕਿ ਆਪਾਂ ਜਿਹੜਾ ACSR ਕੰਡਕਟਰ ਆ ਇਹਨੂੰ ਟਰਾਂਸਮਿਸ਼ਨ ਲਾਈਨ 'ਤੇ ਕਿਉਂ ਯੂਜ਼ ਕਰਦੇ ਹਾਂ। ਇਹ ਪ੍ਰੀਵੀਅਸ ਐਗਜ਼ਾਮੀਨੇਸ਼ਨਸ ਦੇ ਵਿੱਚ ਵੀ ਤੁਹਾਡੇ ਕੁਐਸਚਨ ਆ ਚੁੱਕਾ ਕਿ ਵਾਈ ਵੀ ਯੂਜ਼ ACSR ਕੰਡਕਟਰ ਇਨ ਟਰਾਂਸਮਿਸ਼ਨ ਲਾਈਨ। ਸੋ ਇਹ ਜਿਹੜੀ ਚੀਜ਼ ਹੈ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ। ਸੋ ਇਹਦਾ ਥੋੜ੍ਹਾ ਜਿਹਾ ਆਈਡੀਆ ਤੁਹਾਨੂੰ ਮੈਂ ਦੇ ਵੀ ਦਿੱਤਾ ਸੀ ਕਿ ਆਪਾਂ ACSR ਕੰਡਕਟਰ ਨੂੰ ਟਰਾਂਸਮਿਸ਼ਨ ਲਾਈਨ 'ਚ ਕਿਉਂ ਯੂਜ਼ ਕਰਦੇ ਹਾਂ। ਸੋ ਆਪਾਂ ਸਟੱਡੀ ਵੀ ਕਰ ਲੈਣੇ, ਨੋਟਸ ਵੀ ਇਹਦੇ ਨਾਲ ਦੀ ਨਾਲ ਤੁਸੀਂ ਆਪਣੇ ਨੋਟਬੁੱਕ 'ਤੇ ਬਣਾਈ ਜਾਈਓ। ਜਿਹੜਾ ਕਾਪਰ ਹੁੰਦਾ ਨਾ ਉਹਦੀ ਕੋਸਟ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਐਜ਼ ਕੰਪੇਅਰ ਟੂ ਐਲੂਮੀਨੀਅਮ, ਤੇ ਜਿਹੜਾ ਵੇਟ ਵੀ ਹੁੰਦਾ ਕਾਪਰ ਦਾ ਉਹ ਵੀ ਜ਼ਿਆਦਾ ਹੁੰਦਾ ਐਲੂਮੀਨੀਅਮ ਦੇ ਕੰਪੈਰੀਜ਼ਨ 'ਚ। ਸੋ ਇਸ ਕਰਕੇ ਜੇ ਆਪਾਂ ਕਾਪਰ ਨੂੰ ਯੂਜ਼ ਕਰਾਂਗੇ ਆਪਣੀ ਟਰਾਂਸਮਿਸ਼ਨ ਲਾਈਨ ਦੇ ਵਿੱਚ ਤਾਂ ਕੀ ਹੋਊਗਾ, ਮੇਰੀ ਜਿਹੜੀ ਕੰਡਕਟਰ ਦੀ ਕੋਸਟ ਆ ਉਹ ਵੀ ਇਨਕਰੀਜ਼ ਹੋ ਜਾਣੀ ਆ, ਤੇ ਜਿਹੜਾ ਕੀ ਆ ਮੇਰਾ ਪੋਲ ਲੱਗਣੇ ਆ ਉਹਨੇ ਜਿਹੜੀ ਕੀ ਆ ਟੋਟਲ ਟਰਾਂਸਮਿਸ਼ਨ ਲਾਈਨ ਦੀ ਜਿਹੜੀ ਕੋਸਟ ਆ ਉਹਨੂੰ ਵੀ ਇਨਕਰੀਜ਼ ਕਰ ਦੇਣਾ। ਸੋ ਇਸੇ ਕਰਕੇ ਕੀ ਆ ਆਪਾਂ ਟਰਾਂਸਮਿਸ਼ਨ ਦੇ ਵਾਸਤੇ ਜਾਂ ਡਿਸਟ੍ਰੀਬਿਊਸ਼ਨ ਦੇ ਵਾਸਤੇ ਆਪਾਂ ਐਲੂਮੀਨੀਅਮ ਨੂੰ ਯੂਜ਼ ਕੀਤਾ, ਜਿਹੜਾ ਕਿ ਲਾਈਟ ਇਨ ਵੇਟ ਵੀ ਸੀਗਾ, ਚੀਪਰ ਵੀ ਸੀਗਾ, ਬਟ ਉਹ ਮਕੈਨੀਕਲੀ ਸਟਰੋਂਗ ਨਹੀਂ ਸੀਗਾ। ਸੋ ਉਹਨੂੰ ਮਕੈਨੀਕਲੀ ਸਟਰੋਂਗ ਕਰਨ ਵਾਸਤੇ ਆਪਾਂ ਕੀ ਕੀਤਾ, ਉਹਦੇ ਵਿੱਚ ਇੱਕ ਸਟੀਲ ਦੀ ਜਿਹੜੀ ਵਾਇਰ ਸੀਗੀ ਉਹ ਪਾਤੀ, ਤੇ ਆ ਦੇਖੋ। So in transmission line we use ACSR conductor in which we use steel wire in center of aluminum strand which provide sufficient mechanical strength। So ਇਹਨੇ ਕੀਤਾ mechanical strength ਜਿਹੜੀ ਸੀਗੀ ਉਹ ਪੂਰੀ ਜਿਹੜੀ ਸੀਗੀ ਨੂੰ
ਪ੍ਰੋਵਾਈਡ ਕੀਤੀ ਤੇ ਸੈਗ ਜਿਹੜਾ ਸੀ ਮੇਰਾ ਇੰਪਰੂਵ ਹੋ ਗਿਆ। ਸੈਗ ਇੰਪਰੂਵ ਹੋਣ ਨਾਲ ਨੰਬਰ ਆਫ ਪੋਲਸ ਕਿਤੇ ਮੈਂ 10 ਲਾਉਣੇ ਸੀ, ਹੁਣ ਮੈਂ ਕੀ ਆ 7 ਪੋਲਸ ਦੇ ਨਾਲ ਵੀ ਆਪਣਾ ਕੰਮ ਸਾਰ ਸਕਦਾ। ਨੈਕਸਟ ਮੇਰੇ ਕੋਲ ਆਉਂਦਾ ਐਡਵਾਂਟੇਜਸ ਕੀ ਹੈ ACSR ਕੰਡਕਟਰ ਦੇ। ਸਭ ਤੋਂ ਪਹਿਲਾਂ ਐਡਵਾਂਟੇਜ ਤੇ ਮੇਨ ਐਡਵਾਂਟੇਜ ਕੀ ਆ, ਓਵਰਆਲ ਕਾਸਟ ਜਿਹੜੀ ਆ ਮੇਰੀ ਉਹ ਕੀ ਹੋਈ ਆ, ਰਿਡਿਊਸ ਹੋ ਗਈ ਆ। ਨੈਕਸਟ ਆ ਜਾਂਦਾ ਇਟ ਰਿਡਿਊਸਿਸ ਕਰੋਨਾ ਲਾਸ। ਕਰੋਨਾ ਲਾਸ ਜਿਹੜਾ ਆਪਾਂ ਇਹ ਅੱਗੇ ਪਾਵਰ ਸਿਸਟਮ ਦੇ ਵਿੱਚ ਜਾ ਕੇ ਪੜਾਂਗੇ, ਬਟ ਕਰੋਨਾ ਲਾਸ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਦੇ ਦੇਣਾ। ਐਕਚੁਅਲ 'ਚ ਕੀ ਹੁੰਦਾ, ਜਿਹੜਾ ਆਪਣਾ ਟਰਾਂਸਮਿਸ਼ਨ ਲਾਈਨ ਹੁੰਦੀ ਨਾ, ਜਦੋਂ ਇਹਦੀ ਵੋਲਟੇਜ ਬਹੁਤ ਜ਼ਿਆਦਾ ਵੱਧ ਜਾਂਦੀ ਆ ਤਾਂ ਇਹਦੇ ਨਾਲ ਆਲੇ ਦੁਆਲੇ ਇੱਕ ਹਿਜ਼ਿੰਗ ਸਾਊਂਡ ਪ੍ਰੋਡਿਊਸ ਹੋਣ ਲੱਗ ਪੈਂਦੀ ਆ। ਅਤੇ ਜੇ ਵੋਲਟੇਜ ਹੋਰ ਵੀ ਜ਼ਿਆਦਾ ਹੋਵੇ, ਮੋਇਸਚ ਹੋਵੇ ਵੈਦਰ, ਮੋਇਸਚਰ ਜ਼ਿਆਦਾ ਹੋਵੇ ਯਾਨੀ ਮੀਂਹ ਦਾ ਟਾਈਮ ਹੋਵੇ, ਤਾਂ ਇੱਕ ਵਾਇਲਟ ਕਲਰ ਦਾ ਜਿਹੜਾ ਹੁੰਦਾ ਨਾ ਗਲੋ ਵੀ ਆਪਾਂ ਨੂੰ ਦਿਖ ਜਾਂਦਾ, ਉਹਨੂੰ ਕਹਿੰਦੇ ਆ ਕਰੋਨਾ ਲਾਸ। ਤੁਸੀਂ ਕਦੇ ਵੀ ਦੇਖ ਲਿਓ ਖੇਤਾਂ ਦੇ ਵਿੱਚ ਜਿਹੜੇ ਟਾਵਰ ਲੱਗੇ ਹੁੰਦੇ ਆ, ਕਦੀ ਜਦੋਂ ਹਵਾ ਵਗੈਰਾ ਚੱਲਦੀ ਹੋਵੇ ਤੁਸੀਂ ਥੱਲੇ ਖੜੇ ਹੋਵੋਗੇ ਤੁਹਾਨੂੰ ਹੀਜ਼ਿੰਗ ਸਾਊਂਡ ਸੁਣਨੀ ਉੱਥੇ, ਠੀਕ ਆ। ਸੋ ਉਹ ਕਰੋਨਾ ਲਾਸ ਹੁੰਦਾ ਇੱਕ ਤਰ੍ਹਾਂ ਦਾ। ਸੋ ACSR ਕੰਡਕਟਰ ਜਿਹੜਾ ਆਪਾਂ ਯੂਜ਼ ਕਰਦੇ ਹਾਂ ਇੱਕ ਸੋਲਿਡ ਕੰਡਕਟਰ ਨਹੀਂ ਹੁੰਦਾ, ਇਹਦੇ ਵਿੱਚ ਨੰਬਰ ਆਫ ਸਟ੍ਰੈਂਡ ਹੁੰਦੇ ਆ। ਜਿੱਦਾਂ ਦੇਖੋ ਨਾ ਇਹਦੇ ਵਿੱਚ ਵੀ ਇੱਕ ਸੋਲਿਡ ਕੰਡਕਟਰ ਨਹੀਂ ਹੈ, ਇਹਦੇ ਵਿੱਚ ਆਪਾਂ ਕਾਫੀ ਨੰਬਰ ਆਫ ਐਲੂਮੀਨੀਅਮ ਕੰਡਕਟਰ ਜਿਹੜੇ ਆ ਨਾ ਉਹਨਾਂ ਨੂੰ ਇਕੱਠਾ ਕਰਕੇ ਇੱਕ ਕੰਡਕਟਰ ਬਣਾਇਆ ਹੋਇਆ। ਸੋ ਉਹਦੇ ਕਰਕੇ ਕੀ ਆ, ਕਰੋਨਾ ਲਾਸ ਜਿਹੜਾ ਹੁੰਦਾ ਘੱਟ ਜਾਂਦਾ। ਨੈਕਸਟ ਆਇਆ it is light in weight so longer span can be used which reduces the number of poles। ਉਹ ਓਬਵੀਅਸਲੀ ਕਰ ਦੱਸਿਆ ਵੀ ਇਹਦਾ ਐਲੂਮੀਨੀਅਮ ਦਾ weight ਜਿਹੜਾ ਹੁੰਦਾ ਉਹ ਘੱਟ ਹੁੰਦਾ, ਜਿਹਦੇ ਕਰਕੇ ਸਪੈਨ ਜਿਹੜੇ ਆ, ਸਪੈਨ ਕੀ ਹੁੰਦਾ, ਸਪੈਨ ਵੀ ਮੈਂ ਤੁਹਾਨੂੰ ਦੱਸ ਦਿੰਦਾ। ਜਿੱਦਾਂ ਇੱਕ ਪੋਲ ਮੇਰੇ ਕੋਲ ਆਹ ਆ, ਦੂਸਰਾ ਪੋਲ ਮੇਰੇ ਕੋਲ ਆਹ ਮੇਰੇ ਕੋਲ ਵਿੱਚ ਆ ਗਿਆ ਮੇਰਾ ਕੰਡਕਟਰ। ਜਿਹੜਾ ਇਸ ਫਸਟ ਪੋਲ ਤੋਂ ਲੈ ਕੇ ਜਿਹੜਾ ਸੈਕਿੰਡ ਪੋਲ ਤੱਕ ਦਾ ਡਿਫਰੈਂਸ ਹੋਊਗਾ ਇਹਨੂੰ ਮੈਂ ਕਹੂੰਗਾ ਸਪੈਨ। ਇਹ ਸਪੈਨ ਹੁੰਦਾ, ਠੀਕ ਆ। ਅਤੇ ਆਹ ਜਿਹੜਾ ਥੱਲੇ ਨੂੰ ਆਈ ਹੋਈ ਆ ਲਾਈਨ ਇਹਨੂੰ ਮੈਂ ਕਹੂੰਗਾ ਸੈਗ, ਠੀਕ ਆ। ਯਾਦ ਰੱਖਿਓ ਸਪੈਨ ਅਤੇ ਸੈਗ ਦੋਨੋਂ ਚੀਜ਼ਾਂ ਯਾਦ ਰੱਖਿਓ। ਸਪੈਨ ਹੁੰਦਾ ਆ ਡਿਫਰੈਂਸ ਬਿਟਵੀਨ 2 ਪੋਲਸ ਇਨ ਮੀਟਰ ਜਾਂ ਸੈਂਟੀਮੀਟਰ ਜੋ ਵੀ ਤੁਸੀਂ ਲੈਣਾ, ਠੀਕ ਹੈ। ਯਾਨੀ ਕਿ 2 ਪੋਲਸ ਦੇ ਵਿੱਚ ਜਿਹੜਾ ਵੀ ਡਿਫਰੈਂਸ ਹੁੰਦਾ ਆ, ਜਿੰਨੇ ਮੀਟਰ ਦਾ ਡਿਫਰੈਂਸ ਹੁੰਦਾ ਉਹਨੂੰ ਆਪਾਂ ਸਪੈਨ ਕਹਿੰਦੇ ਆ। ਨੋਰਮਲੀ ਜਿਹੜੇ ਆਪਣੇ ਡਿਸਟਰੀਬਿਊਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ 20 ਮੀਟਰ ਦਾ ਸਪੈਨ ਹੁੰਦਾ, 20 ਤੋਂ 25 ਮੀਟਰ ਤੱਕ ਦਾ ਸਪੈਨ ਹੁੰਦਾ, ਡਿਪੈਂਡ ਕਰਦਾ ਵੀ ਕਿੰਨੀਆਂ ਵਾਇਰਸ ਜਾ ਰਹੀਆਂ ਉਹਦੇ ਉੱਪਰ। ਬਟ ਜੇ 4 ਤਾਰਾਂ ਹੋਣ ਡਿਸਟਰੀਬਿਊਸ਼ਨ ਦੇ ਵਿੱਚ ਤਾਂ ਆਪਾਂ 25 ਮੀਟਰ ਦਾ ਸਪੈਨ ਮੰਨ ਕੇ ਚੱਲਦੇ ਹਾਂ ਵੀ ਇੱਕ ਪੋਲ ਜੇ ਮੈਂ ਪਹਿਲਾਂ ਲਾਇਆ ਤਾਂ ਅਗਲਾ ਪੋਲ ਉਸ ਤੋਂ 25 ਮੀਟਰ ਅੱਗੇ ਲਾਉਣਾ। ਸੋ ਇਹ ਹੁੰਦਾ ਸਪੈਨ, ਡਿਫਰੈਂਸ ਬਿਟਵੀਨ 2 ਪੋਲਸ। ਸੈਗ ਹੁੰਦਾ ਆਹ ਕਿ ਤਾਰ ਕਿੰਨੀ ਮੇਰੀ ਟੌਪ ਪੁਆਇੰਟ ਤੋਂ ਥੱਲੇ ਆਈ ਹੋਈ ਆ। ਸੋ ਹੁਣ ਲਾਈਟ ਇਨ ਵੇਟ ਆ, ਲਾਈਟ ਇਨ ਵੇਟ ਹੋਣ ਕਰਕੇ ਕੀ ਹੋਣਾ, ਸੈਗ ਜਿਹੜਾ ਹੋਣਾ ਘੱਟ ਹੋਣਾ। ਇਸ ਕਰਕੇ ਮੈਂ ਕੀ ਆ ਲੌਂਗਰ ਸਪੈਨ ਯਾਨੀ ਕਿ ਪੋਲ ਜਿਹੜੇ ਆ ਜਿੱਥੇ ਮੈਂ 25 ਮੀਟਰ 'ਤੇ ਲਾਉਣਾ ਮੈਂ 30 ਮੀਟਰ 'ਤੇ ਵੀ ਪੋਲ ਲਾ ਸਕਦਾ, ਲੰਬੇ ਸਪੈਨ ਯੂਜ਼ ਕਰ ਸਕਦਾ। ਜਿਹਦੇ ਕਰਕੇ ਕੀ ਆ ਨੰਬਰ ਆਫ ਪੋਲਸ ਰਿਡਿਊਸ ਹੋਏ। ਜੇ ਨੰਬਰ ਆਫ ਪੋਲਸ ਮੇਰੇ ਰਿਡਿਊਸ ਹੋਏ ਆ ਹੁਣ ਤਾਂ ਕੀ ਹੋਊਗਾ, ਮੇਰੀ ਜਿਹੜੀ ਟਰਾਂਸਮਿਸ਼ਨ ਦੀ ਕਾਸਟ ਆ ਓਵਰਆਲ ਘੱਟ ਜਾਣੀ ਆ। ਨੈਕਸਟ ਮੇਰੇ ਕੋਲ ਆ ਜਾਂਦਾ ACSR ਕੰਡਕਟਰ ਇਜ਼ ਮਕੈਨੀਕਲੀ ਸਟਰੋਂਗ। ਕਿਉਂ ਆ ਮਕੈਨੀਕਲੀ ਸਟਰੋਂਗ, ਕਿਉਂਕਿ ਇਹਦੇ ਸੈਂਟਰ ਦੇ ਵਿੱਚ ਆਪਾਂ ਕੀ ਕੀਤਾ ਹੋਇਆ, ਇੱਕ ਐਡੀਸ਼ਨਲ ਜਿਹੜਾ ਸਟੀਲ ਦੀ ਵਾਇਰ ਦਿੱਤੀ ਹੋਈ ਹੈ ਜਿਹਦੇ ਕੀ ਕਰਨਾ ਇਹਨੂੰ ਮਕੈਨੀਕਲ ਸਟਰੈਂਥ ਪ੍ਰੋਵਾਈਡ ਕਰਨੀ ਹੈ। ਨੈਕਸਟ ਆਉਂਦਾ ਸਕਿਨ ਇਫੈਕਟ ਰਿਡਿਊਸਡ ਇਨ ਦਿਸ ਕੰਡਕਟਰ। ਸੋ ਸਕਿਨ ਇਫੈਕਟ ਵੀ ਰਿਡਿਊਸ ਹੁੰਦਾ। ਕਿੱਦਾਂ ਰਿਡਿਊਸ ਹੁੰਦਾ, ਕਿਉਂਕਿ ਇਹਦੇ ਵਿੱਚ ਆਪਾਂ ਨੰਬਰ ਆਫ ਵਾਇਰਸ ਯੂਜ਼ ਕੀਤੀਆਂ ਹੁੰਦੀਆਂ। ਇੱਕ ਸਿੰਗਲ ਜੇ ਆਪਾਂ ਸਿੰਗਲ ਕੰਡਕਟਰ ਯੂਜ਼ ਕਰ ਲਈਏ ਉਹਦੇ ਵਿੱਚ ਸਕਿਨ ਇਫੈਕਟ ਜਿਹੜਾ ਹੋਣਾ ਉਹ ਜ਼ਿਆਦਾ ਪ੍ਰੋਮੀਨੈਂਟ ਹੋਣਾ ਐਜ਼ ਕੰਪੇਅਰ ਟੂ ਸਟ੍ਰੈਂਡ ਕੰਡਕਟਰ। ਬਟ ਇਹਦੇ ਵਿੱਚ ਆਪਾਂ ਕੀ ਸਟ੍ਰੈਂਡ ਯੂਜ਼ ਕੀਤੇ ਹੋਏ ਆ। ਸਟ੍ਰੈਂਡ ਮੀਨਸ ਕਿ ਨੰਬਰ ਆਫ ਕੰਡਕਟਰ ਨੂੰ ਆਪਾਂ ਇੱਕ ਤਰ੍ਹਾਂ ਬੰਨ੍ਹ ਕੇ ਕੀ ਹੈ ਇੱਕ ਕੰਡਕਟਰ ਬਣਾਇਆ ਹੋਇਆ, ਯਾਨੀ ਕਿ ਬੰਡਲ ਬਣਾਇਆ ਹੋਇਆ ਇੱਕ ਤਰ੍ਹਾਂ ਬਹੁਤ ਸਾਰੇ ਛੋਟੇ ਛੋਟੇ ਕੰਡਕਟਰਸ ਦਾ। ਸੋ ਉਹ ਵੀ ਕੀ ਕਰਦਾ, ਸਕਿਨ ਇਫੈਕਟ ਨੂੰ ਰਿਡਿਊਸ ਕਰ ਦਿੰਦਾ। ਡਿਊ ਟੂ ਨੰਬਰ ਆਫ ਸਟ੍ਰੈਂਡ। ਨੰਬਰ ਆਫ ਸਟ੍ਰੈਂਡ ਕੀ ਆ ਜਿਹੜਾ ਪਹਿਲਾਂ ਵੀ ਦੱਸਿਆ, ਦੇਖੋ ਬਹੁਤ ਸਾਰੇ ਕੰਡਕਟਰ ਜਿਹੜੇ ਆਪਾਂ ਜੋੜੇ ਆ ਨਾ ਇਹਨਾਂ ਨੂੰ ਆਪਾਂ ਸਟ੍ਰੈਂਡ ਕਹਿੰਦੇ ਆ, ਕੰਡਕਟਰ ਦੇ ਸਟ੍ਰੈਂਡ। ਸੋ ਡਿਊ ਟੂ ਨੰਬਰ ਆਫ ਸਟ੍ਰੈਂਡ ਕਰੰਟ ਕੈਰਿੰਗ ਕੈਪੈਸਿਟੀ ਇਜ਼ ਇਨਕਰੀਜ਼। ਜਿਹੜਾ ਕਰੰਟ ਕੈਰੀ ਕਰਕੇ ਲੈ ਕੇ ਜਾਣਾ ਹੈ, ਜੇ ਮੈਂ ਇੱਕ ਸੋਲਿਡ ਕੰਡਕਟਰ ਯੂਜ਼ ਕਰੂੰਗਾ ਉਹਨੇ ਕੀ ਹੋਣਾ, ਜੇ 10 ਐਂਪੀਅਰ ਕਰੰਟ ਮੰਨ ਲਓ ਲੈ ਕੇ ਜਾਂਦਾ ਤਾਂ ਉਹ ਹੀਟ ਜ਼ਿਆਦਾ ਹੋਊਗਾ। ਬਟ ਜੇ ਮੈਂ ਕੰਡਕਟਰ ਦੇ ਸਟ੍ਰੈਂਡਸ ਉੱਥੇ ਯੂਜ਼ ਕਰਨਾ ਪਿਆ ਤਾਂ ਕਰੋਨਾ ਲਾਸ ਅਤੇ ਜਿਹੜਾ ਮੇਰਾ ਸਕਿਨ ਇਫੈਕਟ ਆ, ਕਰੋਨਾ ਲਾਸ ਅਤੇ ਸਕਿਨ ਇਫੈਕਟ ਇਹ ਦੋਨੋਂ ਘਟਣ ਕਰਕੇ ਕੀ ਆ ਮੇਰੀ ਕਰੰਟ ਕੈਰਿੰਗ ਕੈਪੈਸਿਟੀ ਇੰਪਰੂਵ ਹੋ ਜੂ। ਕਿਉਂਕਿ ਕਰੋਨਾ ਲਾਸ ਅਤੇ ਸਕਿਨ ਇਫੈਕਟ ਕਰਕੇ ਨਾ ਕਈ ਵਾਰ ਕੰਡਕਟਰ ਦੀ ਜਿਹੜੀ ਸਟਰੈਂਥ ਹੁੰਦੀ ਆ, ਉਹਦੀ ਕਰੰਟ ਕੈਰਿੰਗ ਕੈਪੈਸਿਟੀ ਹੁੰਦੀ ਆ ਉਹ ਘੱਟ ਜਾਂਦੀ ਆ। ਸੋ ਜੇ ਆਪਾਂ ਨੰਬਰ ਆਫ ਸਟ੍ਰੈਂਡ ਆਪਾਂ ਯੂਜ਼ ਕਰਦੇ ਪਏ ਉਹਦੇ ਕਰਕੇ ਕੀ ਹੈ ਕਰੋਨਾ ਲਾਸ ਵੀ ਘੱਟ ਰਿਹਾ, ਸਕਿਨ ਇਫੈਕਟ ਵੀ ਰਿਡਿਊਸ ਹੋ ਰਿਹਾ। ਸੋ ਉਹਦੇ ਕਰਕੇ ਮੇਰਾ ਜਿਹੜਾ ਕਰੰਟ ਕੈਰਿੰਗ ਕੈਪੈਸਿਟੀ ਹੈ ਕੰਡਕਟਰ ਦੀ ਉਹ ਕੀ ਆ ਇਨਕਰੀਜ਼ ਹੋ ਜਾਂਦੀ ਆ, ਵੱਧ ਜਾਂਦੀ ਆ। ਨੈਕਸਟ ਮੇਰੇ ਕੋਲ ਆ ਜਾਂਦਾ ਆ ਕੰਪੈਰੀਜ਼ਨ ਬਿਟਵੀਨ ਕਾਪਰ ਐਂਡ ਐਲੂਮੀਨੀਅਮ। ਵੀ ਕਾਪਰ ਅਤੇ ਐਲੂਮੀਨੀਅਮ ਜਿਹੜਾ ਹੁੰਦਾ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੁੰਦਾ ਆ। ਇਹ ਤੁਸੀਂ ਚਾਹੋ ਤਾਂ ਤੁਸੀਂ ਜਿਹੜੇ ਤੁਹਾਨੂੰ ਮੈਂ ਪਿੱਛੇ ਪੁਆਇੰਟ ਲਿਖਾਏ ਸੀ ਤੁਸੀਂ ਉਹਨਾਂ ਤੋਂ ਵੀ ਤੁਸੀਂ ਦੇਖ ਸਕਦੇ ਆ। ਅਤੇ ਇੱਥੋਂ ਜੇ ਤੁਸੀਂ ਇੱਕ ਅਲੱਗ ਟੇਬਲ ਬਣਾਉਣਾ ਤੁਸੀਂ ਅਲੱਗ ਟੈਬੂਲਰ ਫਾਰਮ ਦੇ ਵਿੱਚ ਵੀ ਇਹਨੂੰ ਦੇਖ ਸਕਦੇ ਆ। ਇਹਨੂੰ ਟੇਬਲ ਬਣਾਉਣਾ ਜ਼ਰੂਰ ਹੈ, ਇਹ ਫਾਈਨਲ ਐਗਜ਼ਾਮਸ ਦੇ ਵਿੱਚ ਵੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ। ਪੁਆਇੰਟ ਸਾਰੇ ਉਹੀ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਲਿਖਾਏ ਸੀ। ਜਿੱਦਾਂ ਕਲਰ ਕਾਪਰ ਦਾ ਕੀ ਹੁੰਦਾ ਰੈੱਡ ਬਰਾਊਨ ਹੁੰਦਾ, ਐਲੂਮੀਨੀਅਮ ਦਾ ਬਲੂਇਸ਼ ਵਾਈਟ ਹੁੰਦਾ। ਦੋਨਾਂ ਦੀ ਕੀ ਹੁੰਦੀ ਆ ਲਸਟਰ ਹੁੰਦੀ ਆ ਜਿਹੜੀ
अपीयरेंस ਹੁੰਦੀ ਆ, ਲਸਟਰ अपीयरेंस ਹੁੰਦੀ ਆ। ਲਸਟਰ ਮੀਨਸ ਕਿ ਥੋੜ੍ਹਾ ਚਮਕੀਲਾ ਹੁੰਦਾ ਦੇਖਣ ਨੂੰ ਇਹ। ਨੈਕਸਟ ਮੇਰੇ ਕੋਲ ਆ ਜਾਂਦਾ ਆ ਵੇਟ। ਵੇਟ ਤੁਹਾਨੂੰ ਪਤਾ ਕਾਪਰ ਦਾ ਜਿਹੜਾ ਵੇਟ ਆ ਓਬਵੀਅਸਲੀ ਗੱਲ ਆ ਉਹ ਜ਼ਿਆਦਾ ਹੀ ਹੁੰਦਾ ਆ ਐਜ਼ ਕੰਪੇਅਰ ਟੂ ਐਲੂਮੀਨੀਅਮ। ਜਿਹੜਾ ਐਲੂਮੀਨੀਅਮ ਹੁੰਦਾ 1/3 ਹੁੰਦਾ ਉਹਦਾ ਵੇਟ ਕਾਪਰ ਦੇ ਨਾਲੋਂ। ਜੇ ਮੇਰਾ ਕਾਪਰ ਦਾ 1 ਮੀਟਰ ਦੀ ਬਾਰ ਜਿਹੜੀ ਆ ਉਹ 9 ਕਿਲੋ ਦੀ ਹੋਊਗੀ ਤਾਂ ਐਲੂਮੀਨੀਅਮ ਦੀ 1 ਮੀਟਰ ਦੀ ਬਾਰ ਜਿਹੜੀ ਆ ਉਹ 3 ਕਿਲੋ ਦੀ ਹੋਊਗੀ। ਮੈਲਟਿੰਗ ਪੁਆਇੰਟ ਕਾਪਰ ਦਾ ਜ਼ਿਆਦਾ ਹੁੰਦਾ 1083, ਐਲੂਮੀਨੀਅਮ ਦਾ ਮੈਲਟਿੰਗ ਪੁਆਇੰਟ ਘੱਟ ਹੁੰਦਾ। ਬੋਇਲਿੰਗ ਪੁਆਇੰਟ ਜਿੱਥੇ ਬੋਇਲ ਹੋਣ ਲੱਗ ਪੈਂਦਾ 2320 ਡਿਗਰੀ ਸੈਲਸੀਅਸ ਕਾਪਰ ਦਾ ਹੁੰਦਾ, ਐਲੂਮੀਨੀਅਮ ਦਾ 1800 ਡਿਗਰੀ ਸੈਲਸੀਅਸ। ਰੈਜ਼ਿਸਟਿਵਿਟੀ ਯਾਨੀ ਕਿ ਰੈਜ਼ਿਸਟੈਂਸ, ਹੁਣ ਕਾਪਰ ਵਧੀਆ ਕੰਡਕਟਰ ਆ ਸੋ ਓਬਵੀਅਸਲੀ ਗੱਲ ਵੀ ਰੈਜ਼ਿਸਟਿਵਿਟੀ ਘੱਟ ਹੋਊਗੀ, ਐਲੂਮੀਨੀਅਮ ਦੀ ਥੋੜ੍ਹੀ ਜ਼ਿਆਦਾ ਹੁੰਦੀ ਆ 1.5 ਟਾਈਮਸ ਹੁੰਦੀ। ਜੇ ਲਿਖਣਾ ਨਾ ਤੁਸੀਂ ਇੱਥੇ ਬ੍ਰੈਕਟ 'ਚ ਲਿਖ ਵੀ ਸਕਦੇ ਆ। ਜਿਹੜਾ ਮੇਰਾ ਐਲੂਮੀਨੀਅਮ ਹੁੰਦਾ ਆ ਉਹਦੀ ਕੀ ਹੁੰਦੀ ਆ ਰੈਜ਼ਿਸਟਿਵਿਟੀ 1.5 ਟਾਈਮਸ ਹੁੰਦੀ ਹੈ, ਇੱਥੇ ਬ੍ਰੈਕਟ 'ਚ ਲਿਖ ਲਈ ਬਣਾ ਇਹਦੇ। ਟੈਂਪਰੇਚਰ ਆਫ ਕੋਫੀਸ਼ੀਐਂਟ, ਟੈਂਪਰੇਚਰ ਆਫ ਕੋਫੀਸ਼ੀਐਂਟ ਹੁੰਦਾ ਕਿ ਟੈਂਪਰੇਚਰ ਦੇ ਚੇਂਜ ਹੋਣ ਦੇ ਨਾਲ ਉਹਦੀ ਰੈਜ਼ਿਸਟੈਂਸ ਕਿੰਨੀ ਚੇਂਜ ਹੋ ਰਹੀ ਆ। ਜੇ ਮੈਂ ਟੈਂਪਰੇਚਰ ਘਟਾਉਣਾ ਜਾਂ ਵਧਾਉਣਾ ਉਹਦੇ ਨਾਲ ਉਹਦੀ ਜਿਹੜੀ ਰੈਜ਼ਿਸਟੈਂਸ ਆ ਉਹ ਕਿੰਨੀ ਚੇਂਜ ਹੋ ਰਹੀ ਆ। ਸੋ ਕਾਪਰ ਦੀ ਜਿਹੜੀ ਆ ਥੋੜ੍ਹੀ ਜਿਹੀ ਜ਼ਿਆਦਾ ਚੇਂਜ ਹੋਊਗੀ ਰੈਜ਼ਿਸਟੈਂਸ ਟੈਂਪਰੇਚਰ ਦੇ ਨਾਲ, ਐਲੂਮੀਨੀਅਮ ਦੀ ਇੰਨੀ ਚੇਂਜ ਨਹੀਂ ਹੁੰਦੀ। ਡੈਂਸਿਟੀ ਉਸ ਮਟੀਰੀਅਲ ਦੀ ਜ਼ਿਆਦਾ ਹੁੰਦੀ ਹੈ, ਇਹ ਗੱਲ ਯਾਦ ਰੱਖਿਓ ਜਿਹੜਾ ਵੇਟ ਦੇ ਵਿੱਚ ਜ਼ਿਆਦਾ। ਸੋ ਕਾਪਰ ਹੈਵੀਅਰ ਆ ਸੋ ਇਸ ਕਰਕੇ ਡੈਂਸਿਟੀ ਵੀ ਇਹਦੀ ਕੀ ਆ ਜ਼ਿਆਦਾ ਹੋਣੀ ਆ 8.9 ਹੁੰਦੀ ਆ। ਜਿਹੜਾ ਜਿਹੜਾ ਐਲੂਮੀਨੀਅਮ ਆ ਇਹ ਕੀ ਆ ਇਹਦਾ ਵੇਟ 1/3 ਹੁੰਦਾ ਐਜ਼ ਦੈਟ ਆਫ ਕਾਪਰ, ਸੋ ਇਸ ਕਰਕੇ ਇਹਦੀ ਡੈਂਸਿਟੀ ਵੀ ਜਿਹੜੀ ਆ ਘੱਟ ਹੋਣੀ ਉਸ 2.7 ਹੁੰਦੀ ਹੈ ਜਿਹੜੀ ਇਹਦੀ ਡੈਂਸਿਟੀ ਹੁੰਦੀ ਆ। ਨੈਕਸਟ ਮੇਰੇ ਕੋਲ ਆ ਜਾਂਦੀ ਹੈ ਟੈਂਸਾਈਲ ਸਟਰੈਂਥ। ਹੁਣ ਜਿਹੜੀ ਟੈਂਸਾਈਲ ਸਟਰੈਂਥ ਹੁੰਦੀ ਆ ਇਹ ਵੀ ਕਾਪਰ ਦੀ ਜ਼ਿਆਦਾ ਹੋਊਗੀ। ਜਿਹੜਾ ਹਾਰਡ ਡਰਾਉਨ ਕਾਪਰ ਆ ਉਹਦੀ 8 ਟਨ ਪਰ ਸੈਂਟੀਮੀਟਰ ਸਕੁਏਅਰ ਹੋਊਗੀ। ਜਿਹੜਾ ਮੇਰਾ ਹੈਗਾ ਅਨੀਲਡ ਕਾਪਰ ਆ ਸੌਫਟ ਕਾਪਰ ਉਹਦੀ 4 ਟਨ ਪਰ ਸੈਂਟੀਮੀਟਰ ਸਕੁਏਅਰ ਹੋਊਗੀ। ਅਤੇ ਐਲੂਮੀਨੀਅਮ ਦੀ ਕਿੰਨੀ ਹੁੰਦੀ ਆ 1.57 ਟਨ ਪਰ ਸੈਂਟੀਮੀਟਰ ਸਕੁਏਅਰ। ਮੈਕੈਨੀਕਲ ਹਾਰਡਨੈਸ ਉਹ ਵੀ ਤੁਹਾਨੂੰ ਪਤਾ ਕਾਪਰ ਜ਼ਿਆਦਾ ਹਾਰਡ ਹੋਊਗਾ ਸਪੈਸ਼ਲੀ ਜੇ ਹਾਰਡ ਡਰਾਉਨ ਕਾਪਰ ਆ। ਐਲੂਮੀਨੀਅਮ ਕੀ ਆ ਸੌਫਟ ਮਟੀਰੀਅਲ ਆ। ਉਸ ਤੋਂ ਬਾਅਦ ਸੋਲਡਰ ਜੇ ਮੈਂ ਗੱਲ ਕਰਾਂ ਤਾਂ ਕਾਪਰ ਜਿਹੜਾ ਆ ਉਹਨੂੰ ਸੋਲਡਰ ਕਰਨਾ ਜਿਹੜਾ ਹੁੰਦਾ ਜਾਂ ਵੈਲਡ ਕਰਨਾ ਆਪਾਂ ਕਹਿ ਲਈਏ ਇੰਨਾ ਈਜ਼ੀ ਨਹੀਂ ਹੁੰਦਾ, ਕਾਪਰ ਨੂੰ ਵੈਲਡ ਕਰਨਾ ਜਿਹੜਾ ਹੁੰਦਾ ਬਹੁਤ ਈਜ਼ੀ ਹੁੰਦਾ। ਬਟ ਪ੍ਰੋਬਲਮ ਉਹਦੇ ਵਿੱਚ ਇਹ ਆ ਜਾਂਦੇ ਵੀ ਇਹ ਕਾਪਰ ਵੈਲਡ ਤਾਂ ਜਲਦੀ ਹੋ ਜਾਂਦਾ ਬਟ ਉਹਦਾ ਜਿਹੜਾ ਮੈਲਟਿੰਗ ਪੁਆਇੰਟ ਹੁੰਦਾ ਬਹੁਤ ਜ਼ਿਆਦਾ ਹੁੰਦਾ, ਯਾਨੀ ਕਿ ਉਹਨੂੰ ਬਹੁਤ ਜ਼ਿਆਦਾ ਗਰਮ ਕਰਨਾ ਪੈਣਾ ਪਹਿਲਾਂ ਜੇ ਵੈਲਡ ਕਰਨਾ ਤਾਂ। ਉੱਥੇ ਜੇ ਮੈਂ ਐਲੂਮੀਨੀਅਮ ਦੀ ਐਗਜ਼ਾਮਪਲ ਲਵਾਂ ਤਾਂ ਐਲੂਮੀਨੀਅਮ ਜਿਹੜਾ ਆ ਇਹਦਾ ਮੈਲਟਿੰਗ ਪੁਆਇੰਟ ਤਾਂ ਘੱਟ ਹੁੰਦਾ ਯਾਨੀ ਕਿ ਪਿਘਲ ਜਲਦੀ ਜਾਊਗਾ, ਬਟ ਇਹ ਸੋਲਡਰ ਨਹੀਂ ਹੁੰਦਾ ਕਿਸੇ ਮਟੀਰੀਅਲ ਦੇ ਨਾਲ ਨਾ ਜਲਦੀ ਸੋਲਡਰ ਨਹੀਂ ਹੁੰਦਾ, ਚਿਪਕਦਾ ਨਹੀਂ ਹੈ। ਇਸ ਕਰਕੇ ਆਪਾਂ ਨੂੰ ਸਪੈਸ਼ਲ ਫਲਕਸ ਯੂਜ਼ ਕਰਨਾ ਪੈਂਦਾ ਸੋਲਡਰਿੰਗ ਪ੍ਰੋਸੈਸ ਦੇ ਵਾਸਤੇ। ਵੈਸੇ ਜਨਰਲ ਨੌਲੇਜ ਵਾਸਤੇ ਦੱਸਦਾ ਜਿਹੜੇ ਵੀ ਆਪਣੇ ਇਲੈਕਟ੍ਰੋਨਿਕਸ 'ਤੇ ਆਪਾਂ ਕਰਦੇ ਆ ਨਾ ਟਾਂਕੇ ਵਗੈਰਾ ਜਿਹਨੂੰ ਆਪਾਂ ਕਹਿ ਦਿੰਦੇ ਲਾਉਣੇ ਜਾਂ ਸੋਲਡਰ ਕਰਨਾ, ਉਹ ਐਲੂਮੀਨੀਅਮ ਦੀ ਛੋਟੀ ਜਿਹੀ ਵਾਇਰ ਹੁੰਦੀ ਹੈ ਜਿਹਦੇ ਨਾਲ ਆਪਾਂ ਟਾਂਕੇ ਲਾਉਂਦੇ ਹਾਂ ਸੋਲਡਰ ਕਰਦੇ ਹਾਂ। ਸੋ ਉਹਦੇ ਆਪਾਂ ਕੀ ਆ ਫਲਕਸ ਲਾਉਂਦੇ ਹਾਂ ਐਲੂਮੀਨੀਅਮ ਦੀ ਛੋਟੀ ਜਿਹੀ ਵਾਇਰ ਨਾਲ ਲਾ ਕੇ ਅਤੇ ਸੋਲਡਰ ਲਾ ਕੇ ਅਤੇ ਉਹਨੂੰ ਕੀ ਕਰਦੇ ਹਾਂ ਸੋਲਡਰਿੰਗ ਕਰ ਦਿੰਦੇ ਹਾਂ ਉਸ ਮਟੀਰੀਅਲ ਦੀ। ਸੋ ਇਹ ਸੀਗਾ ਮੇਰੇ ਕੋਲ ਦੋਨਾਂ ਮਟੀਰੀਅਲਸ ਦੇ ਵਿੱਚ ਡਿਫਰੈਂਸ। ਨੈਕਸਟ ਆਪਾਂ ਕਰਦੇ ਹਾਂ ਮਟੀਰੀਅਲ ਸਟੀਲ। ਸਟੀਲ ਵੀ ਜਿਹੜਾ ਇੱਕ ਬਹੁਤ ਇੰਪੋਰਟੈਂਟ ਮਟੀਰੀਅਲ ਆ। ਵੈਸੇ ਸਟੀਲ ਜਿਹੜਾ ਇੱਕ ਆਇਰਨ ਦੀ ਫੋਰਮ ਹੀ ਹੁੰਦੀ ਆ ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ ਕਾਰਬਨ ਨੂੰ ਮਿਕਸ ਕਰਦੇ ਹਾਂ। ਹੁੰਦਾ ਸਟੀਲ ਆਇਰਨ ਹੀ ਆ ਬਸ ਇਹਦੇ ਵਿੱਚ ਆਪਾਂ ਕਾਰਬਨ ਨੂੰ ਮਿਕਸ ਕੀਤਾ ਹੁੰਦਾ। ਹੁਣ ਕਾਰਬਨ ਮਿਕਸ ਕਰਨ ਦੇ ਨਾਲ ਕੀ ਹੁੰਦਾ ਇਹ ਵੀ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਜਦੋਂ ਆਪਾਂ ਕਾਰਬਨ ਮਿਕਸ ਕਰ ਦਿੰਦੇ ਨਾ ਕਿਸੇ ਵੀ ਮਟੀਰੀਅਲ 'ਚ ਤਾਂ ਜਿਹੜੀ ਉਹਦੀ ਮਕੈਨੀਕਲ ਸਟਰੈਂਥ ਹੁੰਦੀ ਹੈ ਨਾ ਉਹ ਵੱਧ ਜਾਂਦੀ ਆ। ਠੀਕ ਆ, ਯਾਦ ਰੱਖਿਓ ਇਸ ਨੂੰ ਜਦੋਂ ਵੀ ਆਪਾਂ ਕਾਰਬਨ ਐਡ ਕਰ ਦਿੰਦੇ ਹਾਂ ਸਟੀਲ ਦੇ ਆਇਰਨ ਦੇ ਵਿੱਚ ਤਾਂ ਉਹਦੀ ਮਕੈਨੀਕਲ ਸਟਰੈਂਥ ਵੱਧ ਜਾਂਦੀ ਆ। ਸੋ ਸਟੀਲ ਜਿਹੜਾ ਹੁੰਦਾ ਹੈ ਇਹ ਵੀ ਵੈਸੇ ਕੁਛ ਇੰਨਾ ਵਧੀਆ ਕੰਡਕਟਰ ਨਹੀਂ ਹੁੰਦਾ ਜਿਹੜਾ ਸਟੀਲ ਹੁੰਦਾ ਹੈ। ਇਹਨੂੰ ਆਪਾਂ ਮੋਸਟਲੀ ਮਕੈਨੀਕਲ ਸਟਰੈਂਥ ਪ੍ਰੋਵਾਈਡ ਕਰਨ ਵਾਸਤੇ ਯੂਜ਼ ਕਰਦੇ ਹਾਂ। ਜਿੱਦਾਂ ਪਿੱਛੇ ਆਪਾਂ ACSR ਕੰਡਕਟਰ ਪੜ੍ਹਿਆ ਨਾ ਐਲੂਮੀਨੀਅਮ ਕੰਡਕਟਰ ਸਟੀਲ ਰੀਨਫੋਰਸਡ। ਸੋ ਉਹ 'ਚ ਵੀ ਕੀ ਹੁੰਦਾ ਆਪਾਂ ਸਟੀਲ ਜਿਹੜੀ ਆ ਸੈਂਟਰ ਦੇ ਵਿੱਚ ਪਾਈ ਹੁੰਦੀ ਹੈ ਇੱਕ। ਇਸ ਤੋਂ ਇਲਾਵਾ ਜੇ ਐਗਜ਼ਾਮਪਲ ਲਈਏ ਤਾਂ ਆਪਣੇ ਕਾਲਜ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਜਿੱਥੇ ਵੀ ਅਰਥਿੰਗ ਹੋਈ ਹੋਊਗੀ ਉੱਥੇ ਬੜੀ ਇੱਕ ਸਖਤ ਤਾਰ ਯੂਜ਼ ਕੀਤੀ ਹੁੰਦੀ ਆ। ਉਹ ਵੀ ਜਿਹੜੀ ਵਾਇਰ ਹੁੰਦੀ ਆ ਉਹ ਵੀ ਸਟੀਲ ਦੀ ਵਾਇਰ ਹੁੰਦੀ ਆ, ਅਰਥ ਦੀ ਵਾਇਰ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਸੋ ਅਕੋਰਡਿੰਗ ਟੂ ਕਾਰਬਨ ਕੰਟੈਂਟ ਐਡਡ ਜਿਸ ਹਿਸਾਬ ਨਾਲ ਆਪਾਂ ਕਾਰਬਨ ਕੰਟੈਂਟ ਐਡ ਕੀਤਾ ਹੋਊਗਾ ਵੀ ਡਿਵਾਈਡਡ ਇਨ 3 ਟਾਈਪਸ। ਫਸਟ ਜਿਹੜੀ ਆ ਜਾਂਦੀ ਆ ਉਹ ਆਉਂਦੀ ਆ ਮਾਈਲਡ ਸਟੀਲ। ਮਾਈਲਡ ਸਟੀਲ ਜਿਹੜੇ ਟੂਲਸ ਬਣਦੇ ਆ ਨਾ ਆਪਣੇ ਜਿੱਦਾਂ ਆਪਣਾ ਪੇਚਕਸ ਜਾਂ ਪਲਾਸ ਹੋ ਗਿਆ ਜਿਹਨੂੰ ਹੋਰ ਵੀ ਜਿਹੜੇ ਟੂਲ ਆਪਣੇ ਹੁੰਦੇ ਆ ਸ਼ਾਰਪ ਕਟਿੰਗ ਟੂਲਸ ਹੁੰਦੇ ਆ ਉਹ ਮਾਈਲਡ ਸਟੀਲ ਦੇ ਆਪਾਂ ਬਣਾਉਂਦੇ ਹਾਂ ਮੋਸਟਲੀ। ਉਹਦੇ ਵਿੱਚ 0.25% ਕਾਰਬਨ ਹੁੰਦਾ। ਨੈਕਸਟ ਮੇਰੇ ਕੋਲ ਆ ਜਾਂਦਾ ਆ ਮੀਡੀਅਮ ਸਟੀਲ। ਮੀਡੀਅਮ ਸਟੀਲ 'ਚ 0.55% ਹੁੰਦਾ ਆ। ਉਸ ਤੋਂ ਬਾਅਦ ਹਾਈ ਕਾਰਬਨ ਸਟੀਲ ਆਉਂਦਾ 0.75% ਕਾਰਬਨ ਹੁੰਦਾ। ਬਹੁਤ ਜ਼ਿਆਦਾ ਕਾਰਬਨ ਵੀ ਆਪਾਂ ਐਡ ਨਹੀਂ ਕਰਨਾ। ਜੇ ਆਪਾਂ ਬਹੁਤ ਜ਼ਿਆਦਾ ਕਾਰਬਨ ਐਡ ਕਰ ਦੇਵਾਂਗੇ ਤਾਂ ਫਿਰ ਕੀ ਹੋਊਗਾ ਭੁਰਨ ਲੱਗ ਪੈਂਦਾ ਮਟੀਰੀਅਲ, ਟੁੱਟਣ ਲੱਗ ਪੈਂਦਾ। ਸੋ ਇਹ ਬਹੁਤ ਸੋਚ ਸਮਝ ਕੇ ਪਰਸੈਂਟੇਜ ਯੂਜ਼ ਕਰਨੀ ਪੈਂਦੀ ਹੈ ਸਟੀਲ ਦੇ ਵਿੱਚ ਕਾਰਬਨ ਦੀ। ਪ੍ਰੋਪਰਟੀਜ਼ ਕੀ ਹੁੰਦੀਆਂ ਕਿ ਇਹਦੀ ਟੈਂਸਾਈਲ ਸਟਰੈਂਥ ਜਿਹੜੀ ਹੁੰਦੀ ਆ ਉਹ 7.9 ਹੁੰਦੀ ਆ।
ਬਹੁਤ ਜ਼ਿਆਦਾ ਹੁੰਦੀ ਹੈ ਇਹਦੀ ਜਿਹੜੀ ਟੈਂਸਾਈਲ ਸਟਰੈਂਥ ਹੁੰਦੀ ਹੈ। ਮਾਲੇਬਲ ਤੇ ਡਕਟਾਈਲ ਹੁੰਦਾ ਹੈ। ਮਾਲੇਬਲ ਡਕਟਾਈਲ ਮਤਲਬ ਕਿ ਇਹਦੀਆਂ ਸਟੀਲ ਦੀਆਂ ਤੁਹਾਨੂੰ ਪਤਾ ਹੀ ਹੈ ਸ਼ੀਟਸ ਵੀ ਬਣਾਉਂਦੇ ਆ ਸਟੀਲ ਦੀਆਂ ਆਪਾਂ, ਸਟੀਲ ਦੇ ਹੋਰ ਵੀ ਆਪਣੇ ਘਰਾਂ ਦੇ ਵਿੱਚ ਬਰਤਨ ਵਗੈਰਾ ਵੀ ਆਪਣੇ ਸਟੀਲ ਦੇ ਹੁੰਦੇ ਆ। ਉਸ ਤੋਂ ਇਲਾਵਾ ਇਹਦੀਆਂ ਸਟੀਲ ਦੀਆਂ ਵਾਇਰਸ ਤਾਂ ਬਣਦੀਆਂ ਹੀ ਆ, ਉਹ ਤੁਹਾਨੂੰ ਦਿਖਾਇਆ ਹੈ ਵੀ ACSR 'ਚ ਵੀ ਵਾਇਰ ਹੀ ਪੈਂਦੀ ਆ ਜਿਹੜੀ ਆਪਣੀ ਅਰਥ ਵਾਸਤੇ ਆਪਾਂ ਯੂਜ਼ ਕਰਦੇ ਹਾਂ। GSL ਗੈਲਵਨਾਈਜ਼ਡ ਸਟੀਲ ਵਾ ਉਹ ਵੀ ਜਿਹੜੀ ਹੁੰਦੀ ਆ ਇਹਦੀ ਹੀ ਹੁੰਦੀ ਆ, ਸਟੀਲ ਦੀ ਬਣੀ ਹੁੰਦੀ ਆ। ਰਜਿਸਟਿਵਿਟੀ ਇਹਦੀ ਬਹੁਤ ਘੱਟ ਹੁੰਦੀ ਆ, 0.46 ਹੁੰਦੀ ਆ, ਬਟ ਫਿਰ ਵੀ ਠੀਕ ਕੰਡਕਟਰ ਮੰਨਿਆ ਜਾਂਦਾ। ਕੋਈ ਬਹੁਤਾ ਵਧੀਆ ਕੰਡਕਟਰ ਨਹੀਂ ਹੁੰਦਾ ਵੈਸੇ ਇਹ, ਬਟ ਜੇ ਆਪਾਂ ਇਹਨੂੰ ਯੂਜ਼ ਕਰਨਾ ਹੋਵੇ ਐਜ਼ ਅ ਕੰਡਕਟਰ ਤਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਜਿੱਥੇ ਆਪਾਂ ਨੂੰ ਨੀਡ ਆ ਕੇ ਮਕੈਨੀਕਲ ਸਟਰੈਂਥ ਆਪਾਂ ਨੂੰ ਬਹੁਤ ਜ਼ਿਆਦਾ ਚਾਹੀਦੀ ਆ ਅਤੇ ਉੱਥੇ ਕੰਡਕਟਰ ਵੀ ਹੋਣਾ ਚਾਹੀਦਾ, ਉੱਥੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਜਿੱਦਾਂ ਕਿ ACSR 'ਚ ਯੂਜ਼ ਕਰਦੇ ਹਾਂ, ਇਹਦੀ ਮਕੈਨੀਕਲ ਸਟਰੈਂਥ ਵੀ ਬਹੁਤ ਜ਼ਿਆਦਾ ਹੁੰਦੀ, ਥੋੜ੍ਹਾ ਬਹੁਤਾ ਇਹ ਕਰੰਟ ਨੂੰ ਵੀ ਆਪਣੇ ਵਿੱਚੋਂ ਪਾਸ ਕਰ ਲੈਂਦਾ। ਜੇ ਕਿਸੇ ਵਜ੍ਹਾ ਕਰਕੇ ਆਲੇ ਦੁਆਲੇ ਦਾ ਜਿਹੜਾ ਆਪਣਾ ਐਲੂਮੀਨੀਅਮ ਆ ਉਹ ਕਿਸੇ ਵਜ੍ਹਾ ਕਰਕੇ ਜਿਹੜਾ ਟੁੱਟ ਗਿਆ, ਉਹਦੇ ਸਟਰੈਂਡ ਟੁੱਟ ਗਿਆ, ਤਾਂ ਜਿਹੜਾ ਸਟੀਲ ਹੋਊਗਾ ਇੰਨਾ ਕਿ ਕੈਪੇਬਲ ਹੋਊਗਾ ਕਿ ਇਹ ਵਿੱਚੋਂ ਕਰੰਟ ਪਾਸ ਕਰਦਾ ਰਹੇ। ਅਤੇ ਇਹ ਹੁੰਦਾ ਵੀ ਆ ਜਿੱਦਾਂ ਮੰਨ ਲਓ ਕੋਈ ਆਪਣੇ 2 ਪੋਲਸ ਆ, ਉਹਦੇ ਵਿੱਚ ਆਪਣੇ ACSR ਕੰਡਕਟਰ ਆ, ਕੋਈ ਟਰੱਕ ਜਾਂ ਕੋਈ ਹੋਰ ਵੱਡਾ ਜਿਹੜਾ ਵਹੀਕਲ ਆ ਉਹ 'ਚ ਆ ਕੇ ਵੱਜਿਆ ਤਾਂ ਕੀ ਹੋਊਗਾ, ਜਿਹੜੇ ਐਲੂਮੀਨੀਅਮ ਹੁੰਦਾ ਉਹ ਹਮੇਸ਼ਾ ਜਲਦੀ ਟੁੱਟ ਜਾਂਦਾ ਹੈ, ਬਟ ਜਿਹੜੀ ਸਟੀਲ ਦੀ ਤਾਰ ਹੋਊਗੀ ਉਹ ਕੈਪੇਬਲ ਹੋਊਗੀ, ਉਹ ਕਰੰਟ ਨੂੰ ਕੀ ਹੋਊਗੀ ਪਾਸ ਆਊਟ ਕਰੂਗੀ ਵਿੱਚੋਂ। ਨੈਕਸਟ ਮੇਰੇ ਕੋਲ ਆ ਜਾਂਦਾ ਇਹਦੀ ਜਿਹੜੀ ਫਿਨਿਸ਼ ਹੁੰਦੀ ਆ ਉਹ ਸਿਲਵਰੀ ਕਲਰ ਦੀ ਹੁੰਦੀ ਆ, ਲਸਟਰ ਆਊਟਰ ਸਰਫੇਸ ਹੁੰਦਾ ਇਹਦਾ, ਸ਼ਾਈਨ ਕਰਦਾ ਹੁੰਦਾ ਬਹੁਤ ਜ਼ਿਆਦਾ ਇਹ, ਇਸੇ ਕਰਕੇ ਸਟੀਲ ਜਿਹੜਾ ਹੁੰਦਾ ਇਹਦੇ ਬਰਤਨ ਵਗੈਰਾ ਸਟੀਲ ਦੇ ਬਣਾਉਂਦੇ ਆ, ਸ਼ਾਈਨੀ ਸਰਫੇਸ ਹੁੰਦਾ। ਬਾਕੀ ਨੋਨ ਕਰੋਜਨ ਹੁੰਦਾ, ਇਹਨੂੰ ਕਦੇ ਵੀ ਜ਼ੰਗ ਨਹੀਂ ਲੱਗਦਾ ਜਿਹੜਾ ਸਟੀਲ ਹੁੰਦਾ। ਮੈਲਟਿੰਗ ਪੁਆਇੰਟ ਜਿਹੜਾ ਹੁੰਦਾ ਇਹਦਾ ਹੁੰਦਾ 1410 ਡਿਗਰੀ ਸੈਲਸੀਅਸ, ਇਹਦਾ ਮੈਲਟਿੰਗ ਪੁਆਇੰਟ ਕਾਪਰ ਤੋਂ ਵੀ ਜ਼ਿਆਦਾ ਹੁੰਦਾ, ਕਾਪਰ ਦਾ 1083 ਹੁੰਦਾ, ਇਹਦਾ 1410 ਆ। ਐਪਲੀਕੇਸ਼ਨ ਹੁਣ ਕੀ ਆ ਜਾਂਦੀਆਂ ਸਟੀਲ ਦੀਆਂ। ਜਿਹੜਾ ਸਟੀਲ ਹੁੰਦਾ ਆ ਸਭ ਤੋਂ ਪਹਿਲਾਂ ਤਾਂ ਇਹਨੂੰ ACSR ਕੰਡਕਟਰ ਦੀ ਕੋਰ ਜਾਂ ਜਿਹੜਾ ਸੈਂਟਰ ਦੇ ਵਿੱਚ ਕੰਡਕਟਰ ਆਪਾਂ ਹੁੰਦਾ ਨਾ ਉਹਨੂੰ ਉਹ ਸਟੀਲ ਦਾ ਹੀ ਬਣਾਉਂਦੇ ਆ ਆਪਾਂ। ਨੈਕਸਟ ਆਉਂਦਾ ਗੈਲਵਨਾਈਜ਼ਡ ਸਟੀਲ ਵਾਇਰ ਇਜ਼ ਯੂਜ਼ਡ ਐਜ਼ ਅਰਥ ਵਾਇਰ। ਤੁਹਾਨੂੰ ਦੱਸਿਆ ਆਪਣੇ ਤੁਹਾਡੇ ਕਾਲਜ 'ਚ ਵੀ ਦੇਖਿਓ ਜੇ ਕਿਤੇ ਅਰਥਿੰਗ ਹੋਈ ਹੋਊਗੀ ਤਾਂ ਉੱਥੇ ਕੀ ਆ ਸਟੀਲ ਦੀ ਵਾਇਰ ਹੀ ਯੂਜ਼ ਕਰਦੇ ਆ ਆਪਾਂ। ਉਸ ਤੋਂ ਬਾਅਦ ਸਟੀਲ ਕੰਡਕਟਰ ਇਜ਼ ਯੂਜ਼ਡ ਐਜ਼ ਰਿਟਰਨ ਕੰਡਕਟਰ ਇਨ ਇਲੈਕਟ੍ਰਿਕ ਟਰੈਕਸ਼ਨ ਕੀ ਹੁੰਦਾ, ਜਿਹੜਾ ਟ੍ਰੇਨ ਦਾ ਸਿਸਟਮ ਹੁੰਦਾ ਮੇਰਾ, ਇੰਨੀਆਂ ਟ੍ਰੇਨ ਚੱਲਦੀਆਂ ਨਾ ਉਹਨਾਂ ਨੂੰ ਇਲੈਕਟ੍ਰਿਕ ਜਿਹੜੀਆਂ ਬਿਜਲੀ 'ਤੇ ਚੱਲਣ ਵਾਲੀਆਂ ਰੇਲ ਗੱਡੀਆਂ ਉਹਨਾਂ ਨੂੰ ਆਪਾਂ ਇਲੈਕਟ੍ਰਿਕ ਟਰੈਕਸ਼ਨ ਸਿਸਟਮ ਕਹਿ ਦਿੰਦੇ ਹਾਂ। ਸੋ ਉਹਦੇ ਵਿੱਚ ਵੀ ਜਿਹੜਾ ਰਿਟਰਨ ਕੰਡਕਟਰ ਹੁੰਦਾ ਉਹ ਸਟੀਲ ਦਾ ਬਣਿਆ ਹੁੰਦਾ। ਟਰੈਕ ਵੀ ਹੁੰਦੇ ਆ, ਟਰੈਕ ਹੀ ਹੁੰਦੇ ਆ ਉਹ ਜਿਹੜੇ ਰਿਟਰਨ ਕੰਡਕਟਰ ਹੁੰਦੇ ਆ, ਉਹਨਾਂ ਨੂੰ ਕਿਹਾ ਇਹਨਾਂ ਨੇ, ਕਿਉਂਕਿ ਇਹ ਟ੍ਰੇਨਸ ਹੁੰਦਾ ਨਾ ਟਰੈਕਸ਼ਨ ਸਿਸਟਮ ਹੁੰਦਾ, ਜਿਹੜਾ ਟਰੈਕ ਹੁੰਦਾ ਥੱਲੇ ਉਹੀ ਐਜ਼ ਆ ਰਿਟਰਨ ਕੰਡਕਟਰ ਐਕਟ ਕਰਦਾ। ਸੋ ਜਿਹੜਾ ਟਰੈਕ ਹੁੰਦਾ ਉਹ ਸਟੀਲ ਦਾ ਬਣਿਆ ਹੁੰਦਾ, ਯਾਦ ਰੱਖਿਓ। ਇਹ ਆਪਾਂ ਪੜ੍ਹਾਂਗੇ ਵੀ ਅਗਲੇ ਸਮੈਸਟਰਾਂ ਦੇ ਵਿੱਚ, ਮਾਡਰਨ ਇਲੈਕਟ੍ਰਿਕ ਟਰੈਕਸ਼ਨ ਇੱਕ ਸਬਜੈਕਟ ਆ ਉਹਦੇ ਵਿੱਚ ਡਿਸਕਸ ਕਰਾਂਗੇ ਸਾਰੀਆਂ ਚੀਜ਼ਾਂ। ਯੂਜ਼ਡ ਟੂ ਮੇਕ ਸਟੈਂਪਿੰਗ ਆਫ ਮੋਟਰ ਐਂਡ ਟਰਾਂਸਫਾਰਮਰ। ਆ ਦੇਖੋ ਆ ਸਟੈਂਪਿੰਗ ਬਣੀ ਹੋਈ ਆ, ਤੁਸੀਂ ਦੇਖਿਓ ਜੇ ਕਿਸੇ ਮੋਟਰ ਖੁੱਲੀ ਦੇਖੀ ਹੋਊਗੀ ਤਾਂ ਉਹਦੇ ਵਿੱਚ ਨਾ ਇੱਦਾਂ ਦੀ ਆ ਕੋਰ ਹੁੰਦੀ ਆ ਇੱਕ। ਸੋ ਆ ਜਿਹੜੇ ਇਹਦੇ ਵਿੱਚ ਗਰੂਵਸ ਬਣੇ ਹੋਏ ਇਹਨਾਂ ਦੇ ਵਿੱਚ ਆਪਾਂ ਵਾਈਂਡਿੰਗ ਕਰਦੇ ਆ। ਆ ਦੇਖੋ ਸਾਰੀ ਸਟੈਂਪਿੰਗ ਬਣੀ ਹੋਈ ਆ। ਸੋ ਜਿਹੜੀ ਸਟੈਂਪਿੰਗ ਹੁੰਦੀ ਆ ਇਹ ਵੀ ਸਟੀਲ ਦੀ ਹੁੰਦੀ ਆ, ਬਸ ਇਹ ਸਟੀਲ ਦੇ ਵਿੱਚ ਆਪਾਂ ਥੋੜ੍ਹੀ ਜਿਹੀ ਸਿਲੀਕੋਨ ਐਡ ਕਰ ਦਿੰਦੇ ਆ, ਤਾਂ ਹੀ ਇਹਨੂੰ ਆਪਾਂ ਸਿਲੀਕੋਨ ਸਟੀਲ ਕਹਿੰਦੇ ਆ। ਸਿਲੀਕੋਨ ਸਟੀਲ ਦੀ ਹੁੰਦੀ ਸਟੈਂਪਿੰਗ, ਸੇਮ ਹੀ ਟਰਾਂਸਫਾਰਮਰ ਦੀ ਵੀ ਹੁੰਦੀ ਆ, ਚੌਰਸ ਹੁੰਦੀ ਆ ਸ਼ੇਪ ਦੇ ਵਿੱਚ। ਉਸ ਤੋਂ ਬਾਅਦ ਆਪਾਂ ਸ਼ੀਟਸ ਵੀ ਬਣਾਉਂਦੇ ਆ ਇਹਦੀਆਂ। ਆ ਦੇਖੋ ਜਿਹੜੀਆਂ ਸ਼ੀਟਸ ਆ ਨਾ, ਕਈ ਵਾਰ ਆਪਾਂ ਯੂਜ਼ ਕਰਦੇ ਹਾਂ ਰੂਫ ਦੇ ਵਾਸਤੇ, ਟੈਂਪਰੇਰੀ ਕਿਤੇ ਛੱਤ ਪਾਉਣੀ ਹੋਵੇ ਤਾਂ ਉੱਥੇ ਆਪਾਂ ਯੂਜ਼ ਕਰ ਲੈਂਦੇ, ਉਹ ਵੀ ਜਿਹੜੀਆਂ ਹੁੰਦੀਆਂ ਸਟੇਨਲੈਸ ਸਟੀਲ ਦੀਆਂ ਹੁੰਦੀਆਂ ਜਿਹੜੀਆਂ ਸ਼ੀਟਸ ਹੁੰਦੀਆਂ। ਆ ਜਿਹੜੇ ਰੋਲ ਪਏ ਹੋਏ ਆ GSW ਦੇ ਆ, ਗੈਲਵਨਾਈਜ਼ਡ ਸਟੀਲ ਵਾਇਰ ਦੇ, ਇਹਨੂੰ ਆਪਾਂ ਐਜ਼ ਅਰਥ ਵਾਇਰ ਯੂਜ਼ ਕਰਦੇ ਹਾਂ। ਸੋ ਇਹ ਸੀਗੇ ਆਪਣੇ ਲੋ ਰੈਜ਼ਿਸਟਿਵ ਕੰਡਕਟਿੰਗ ਮਟੀਰੀਅਲ। ਆਪਾਂ ਲੋ ਰੈਜ਼ਿਸਟਿਵ ਕੰਡਕਟਿੰਗ ਮਟੀਰੀਅਲ ਇੱਥੇ ਖਤਮ ਹੋ ਚੁੱਕਿਆ। ਕਿਹੜੇ ਕੰਡਕਟਰ ਆਪਾਂ ਇਹਦੇ ਵਿੱਚ ਡਿਸਕਸ ਕੀਤੇ ਸੀ? ਸਭ ਤੋਂ ਪਹਿਲਾਂ ਆਪਾਂ ਕੀਤਾ ਸੀ ਗੋਲਡ, ਕੀਤਾ ਸੀ ਸਿਲਵਰ, ਕੀਤਾ ਸੀ ਦੈਨ ਆਪਾਂ ਕਾਪਰ, ਫਿਰ ਕਾਪਰ ਦੀਆਂ ਅੱਗੇ ਟਾਈਪਸ, ਕਾਪਰ ਦੇ ਅਲੋਏ। ਉਸ ਤੋਂ ਬਾਅਦ 'ਚ ਆਪਾਂ ਐਲੂਮੀਨੀਅਮ ਦੇ ਵਿੱਚ ਬਹੁਤ ਇੰਪੋਰਟੈਂਟ ਸੀਗਾ ACSR, ਅਤੇ ਉਸ ਤੋਂ ਬਾਅਦ ਸਟੀਲ। ਸਾਰੇ ਜਿਹੜੇ ਸੀਗੇ ਲੋ ਰੈਜ਼ਿਸਟਿਵ ਕੰਡਕਟਿੰਗ ਮਟੀਰੀਅਲ ਦੇ ਇਹੀ ਟਾਈਪਸ ਆ ਜਾਂਦੇ ਆ। ਸੋ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਹਾਈ ਰੈਜ਼ਿਸਟਿਵ ਕੰਡਕਟਿੰਗ ਮਟੀਰੀਅਲ। ਥੈਂਕ ਯੂ।